ਸਟੇਜ ਤੋਂ ਕਿਹਾ ਸੀ ਵੀ ਮੈਂ ਅਗਰ ਕਿਸੇ ਪਾਰਟੀ 'ਚ ਜਾਂਦੀ ਹਾਂ ਤਾਂ ਮੈਂ ਮੋਰਚੇ ਦੀ ਗਦਾਰ ਹਾਂ। ਮੋਰਚੇ ਦੇ ਵਿੱਚ ਹੁੰਦਿਆਂ ਹੋਇਆਂ ਕਿਸੇ ਸਿਆਸੀ ਸਟੇਜ ਤੇ ਉੱਤੇ ਜਾ ਕੇ ਬੋਲੂੰਗੀ ਤੇ ਮੈਂ ਗੱਦਾਰ ਹੋਊਂਗੀ। ਮੈਂ ਇਹ ਨਹੀਂ ਕਿਹਾ ਕਿ ਮੈਂ ਕਿਸੇ ਸਿਆਸੀ ਪਾਰਟੀ ਨੂੰ ਜੁਆਇਨ ਕਰਨ ਤੋਂ ਬਾਅਦ ਕਿਸੇ ਸਿਆਸੀ ਸਟੇਜ ਤੇ ਬੋਲੂੰਗੀ ਤੇ ਮੈਂ ਗੱਦਾਰ ਹੋਊਂਗੀ। ਜੇ ਮੈਂ ਮੋਰਚੇ ਦੇ ਵਿੱਚ ਹੁੰਦਿਆਂ ਹੋਇਆਂ, ਅੱਜ ਮੈਂ ਮੋਰਚੇ 'ਚ ਹਾਂ, ਅੱਜ ਮੈਂ ਕਿਸੇ ਪਾਰਟੀ ਨੂੰ ਨਹੀਂ ਬਿਲੋਂਗ ਕਰਦੀ, ਅੱਜ ਮੈਂ ਕਿਸੇ ਜਥੇਬੰਦੀ ਨੂੰ ਨਹੀਂ ਬਿਲੋਂਗ ਕਰਦੀ। ਚਰਚਾਵਾਂ ਚੱਲ ਰਹੀਆਂ ਨੇ ਕਿ ਤੁਸੀਂ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹੋ, ਪਰ ਕੱਲ੍ਹ ਤੁਹਾਡੀ ਜੁਆਇਨਿੰਗ ਸੀ, ਪਰ ਉਹ ਬਿਲਕੁਲ ਐਨ ਮੌਕੇ 'ਤੇ ਪਤਾ ਲੱਗਿਆ ਕਿ ਤੁਸੀਂ ਜੁਆਇਨ ਨਹੀਂ ਕਰ ਰਹੇ। ਕੀ ਕਾਰਨ ਰਹੇ? ਤੁਸੀਂ ਜੁਆਇਨ ਕਰਨਾ ਸੀ ਜਾਂ ਨਹੀਂ ਕਰਨਾ ਸੀ, ਜਾਂ ਜੇ ਨਹੀਂ ਕੀਤਾ ਤਾਂ ਕਿਉਂ ਨਹੀਂ ਕੀਤਾ? ਪੰਜਾਬ ਦੇ ਵਿੱਚ ਜਿਹੜੀ ਨਕਸਲਾਈਟ ਮੂਵਮੈਂਟ ਚੱਲਦੀ ਆ, ਉਹਦੇ ਬਾਬਾ ਬੂਝਾ ਸਿੰਘ ਹੋਇਆ, 75 ਸਾਲ ਦੇ ਬਜ਼ੁਰਗ ਹੋਏ ਆ, ਉਹਨਾਂ ਦਾ ਜਿਹੜਾ ਪੁਲਿਸ ਮੁਕਾਬਲਾ, ਝੂਠਾ ਪੁਲਿਸ ਮੁਕਾਬਲਾ ਹੋਇਆ, ਮੰਨਿਆ ਜਾਂਦਾ ਕਿ ਝੂਠਾ ਪੁਲਿਸ ਮੁਕਾਬਲਾ। ਇਸ ਤੋਂ ਬਿਨਾਂ 100 ਦੇ ਕਰੀਬ ਹੋਰ ਵੀ ਜਿਹੜੇ ਸ਼ਹੀਦ ਹੋਏ ਆ, ਉਹ ਬਾਦਲ ਸਰਕਾਰ ਦੀ ਟਾਈਮ 'ਚ ਹੋਇਆ। ਪਿਛਲੀ ਵਾਰੀ ਆਪ ਦੀ ਅਫਵਾਹ ਉੱਡੀ ਸੀਗੀ ਜਦੋਂ ਆਈ ਥਿੰਕ ਕੇਜਰੀਵਾਲ ਜੀ ਆਏ ਸੀਗੇ, ਉਦੋਂ ਵੀ ਮੈਂ ਘਰੇ ਬਿਮਾਰ ਪਈ ਸੀਗੀ। ਮੈਨੂੰ ਬਹੁਤ ਸਾਰੀਆਂ ਕਾਲਸ ਆਈਆਂ। ਜਿਹੜੇ ਬੰਦੇ ਨੂੰ ਜੁਆਇਨ ਕਰਨਾ ਹੁੰਦਾ ਉਹਨੂੰ ਨਹੀਂ ਪਤਾ ਹੁੰਦਾ, ਬਾਕੀ ਸਾਰੀ ਦੁਨੀਆ ਨੂੰ ਪਤਾ ਹੁੰਦਾ ਆ। ਮੇਰਾ ਕੋਈ ਫੈਸਲਾ ਨਹੀਂ ਸੀਗਾ। ਜਦੋਂ ਇੰਨਾ ਕੁਝ ਕਰਨ ਤੋਂ ਬਾਅਦ ਵੀ ਲੋਕਾਂ ਨੇ ਜੁੱਤੀਆਂ ਮਾਰੀਆਂ, ਵਿੱਚ ਗਾਲਾਂ ਹੀ ਕੱਢਣੀਆਂ ਨੇ। ਰਾਈਟ, ਸੱਚ ਤੁਹਾਨੂੰ ਦੱਸ ਰਹੀ ਹਾਂ। ਮੈਂ ਕਹਿੰਦੀ ਮੇਰੇ ਨਾਲੋਂ ਦੂਜੇ ਕਲਾਕਾਰ ਚੰਗੇ ਆ ਜਿਹੜੇ ਬਾਈ ਆਪਣਾ ਕੰਮ ਕਰ ਰਹੇ। ਅੱਜ ਕੱਲ੍ਹ ਵਿਅਕਤੀਗਤ ਲੜਾਈ ਨਹੀਂ ਰਹੀ, ਅੱਜ IT ਸੈੱਲਾਂ ਦੀ ਲੜਾਈ ਹੈ। ਪਹਿਲੀ ਗੱਲ ਤੇ ਆ ਵੀ ਹਰ ਇੱਕ ਪਾਰਟੀ ਨੇ ਆਪਣੇ IT ਸੈੱਲ ਰੱਖੇ, ਗਾਲਾਂ ਕੱਢਣ। ਲੋਕ ਦੇਖਦੇ ਸੀ ਵੀ ਕਿਸਾਨ ਮੋਰਚੇ ਦਾ ਕੋਈ ਹੱਲ ਹੋ ਜਾਵੇ ਤੇ ਉਸ ਤੋਂ ਬਾਅਦ ਕੋਈ ਤੀਜਾ ਬਦਲ ਉਭਾਰਿਆ ਜਾ ਸਕਦਾ। ਸ਼ਾਇਦ ਉਹਦਾ ਚਿਹਰਾ ਇੱਕ ਸੋਨੀਆ ਮਾਨ ਵੀ ਕੋਈ ਹੋ ਸਕਦੀ ਉਹਨਾਂ ਚਿਹਰਿਆਂ ਦੇ ਵਿੱਚੋਂ ਇੱਕ। ਮੈਂ ਤੁਹਾਨੂੰ ਸਿਰਫ ਇੰਨੀ ਗੱਲ ਕਹਿਣਾ ਚਾਹੁੰਦੀ ਹਾਂ, ਕਿਸਾਨੀ ਮੋਰਚਾ ਆਪਣੀ ਜਗ੍ਹਾ 'ਤੇ ਆ। ਤੁਸੀਂ ਸਾਰਿਆਂ ਨੂੰ ਕਿਸਾਨੀ ਮੋਰਚੇ 'ਚ ਇੰਕਲੂਡ ਨਹੀਂ ਕਰ ਸਕਦੇ। ਕਿਰਤੀ ਕਿਸਾਨ ਯੂਨੀਅਨ ਦੇ ਤੁਸੀਂ ਕਦੇ ਮੈਂਬਰ ਨਹੀਂ ਬਣੇ ਹੈਗੇ? ਵੇਖੋ ਮੇਰੀ ਗੱਲ ਸੁਣੋ, ਕਿਰਤੀ ਕਿਸਾਨ ਯੂਨੀਅਨ ਮੇਰੇ ਫਾਦਰ ਦੀ ਜਥੇਬੰਦੀ ਆ, ਠੀਕ ਆ। ਮੈਂ ਕਿਸੇ ਜਥੇਬੰਦੀ ਦੀ ਮੈਂਬਰ ਨਹੀਂ ਹੈਗੀ। ਗੱਲਾਂ ਨੂੰ ਆਧਾਰ ਬਣਾ ਕੇ ਨਵਜੋਤ ਸਿੰਘ ਸਿੱਧੂ ਜੀ ਦੀ ਵਾਈਫ ਨੇ ਵੀ ਅੱਜ ਸਵਾਲ ਉਠਾਇਆ ਵੀ ਇਹ ਸਿਰਫ ਕਿਸਾਨੀ ਮੋਰਚੇ ਦੇ ਵਿੱਚ ਕੋਈ ਕਮਾਈ ਕਰਨੀ, ਆਪਣੀ ਰਾਜਨੀਤਿਕ ਕਮਾਈ ਕਰਨੀ। ਸਤਿ ਸ਼੍ਰੀ ਅਕਾਲ ਜੀ, ਮਿਰਰ ਪੰਜਾਬ TV ਦੇਖ ਰਹੇ ਹੋ ਤੁਸੀਂ, ਮੈਂ ਕਰਮ ਸੇਖਾ। ਦੋਸਤੋ, ਕਿਸਾਨੀ ਸੰਘਰਸ਼ ਚੱਲ ਰਿਹਾ ਇੱਕ ਪਾਸੇ ਪਿਛਲੇ 1 ਸਾਲ ਤੋਂ, ਅਤੇ ਦੂਸਰੇ ਪਾਸੇ ਪੰਜਾਬ 'ਚ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ। ਹਰ ਜਗ੍ਹਾ ਦੇ ਉੱਤੇ ਹਲਚਲ ਮੱਚੀ ਹੋਈ ਆ। ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ, ਉਹਨਾਂ ਵੱਲੋਂ ਵੋਟਾਂ ਨੂੰ ਲੈ ਕੇ ਪੂਰੀ ਤਨਦੇਹੀ ਨਾਲ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ। ਹਾਲਾਂਕਿ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ, ਉਹਨਾਂ ਵੱਲੋਂ ਸਖਤ ਤੌਰ 'ਤੇ ਜਿਹੜੀ ਹਦਾਇਤ ਕੀਤੀ ਗਈ ਸੀ ਕਿ ਚੋਣ ਮਾਹੌਲ ਪੰਜਾਬ 'ਚ ਨਹੀਂ ਬਣਨਾ ਚਾਹੀਦਾ ਜਦ ਤੱਕ ਕਿਸਾਨ ਮੋਰਚਾ ਚੱਲ ਰਿਹਾ। ਇਸ ਮੋਰਚੇ ਦੇ ਚੱਲਦਿਆਂ, ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਬਹੁਤ ਸਾਰੀਆਂ ਨਵੀਆਂ ਗੱਲਾਂ ਸਾਹਮਣੇ ਆਈਆਂ ਨੇ। ਔਰ ਪਿਛਲੇ 2-4 ਦਿਨਾਂ ਤੋਂ ਇੱਕ ਖਾਸ ਖਬਰ ਜਿਹੜੀ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਸਾਹਮਣੇ ਆਈ ਆ, ਉਹ ਹੈ ਸੋਨੀਆ ਮਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ, ਬਾਦਲ ਅਤੇ ਬਸਪਾ ਦਾ ਜਿਹੜਾ ਗਠਜੋੜਾ, ਉਹਦੇ ਵਿੱਚ ਸ਼ਾਮਲ ਹੋਣਾ। ਉਸ ਤੋਂ ਬਾਅਦ ਲਗਾਤਾਰ ਚਰਚਾਵਾਂ ਛਿੜੀਆਂ। ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਸੋਨੀਆ ਮਾਨ ਨੇ ਰਾਜਨੀਤਿਕ ਰੋਟੀਆਂ ਸੇਕਣ ਲਈ ਹੁਣ ਤੱਕ ਕਿਸਾਨ ਮੋਰਚੇ ਦੇ ਵਿੱਚ ਜਿਹੜਾ ਭੂਮਿਕਾ ਨਿਭਾਈ ਆ। ਅਤੇ ਉਹਨਾਂ ਚਰਚਾਵਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਵਾਈਫ ਨੇ ਵੀ ਉਹਨਾਂ 'ਤੇ ਕਮੈਂਟ ਕੀਤੇ ਆ ਕੁਛ। ਅਤੇ ਇੱਕ ਨਾਲ ਦੀ ਨਾਲ ਗੱਲ ਇਹ ਵੀ ਆਈ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰ੍ਹਾਂ ਪਹਿਲਾਂ ਬਲਦੇਵ ਮਾਨ ਨੂੰ ਜਾਂ ਸੋਨੀਆ ਮਾਨ ਨੂੰ ਵੀ ਟਾਰਗੇਟ ਕੀਤਾ ਗਿਆ, ਗਾਲਾਂ ਵੀ ਕੱਢੀਆਂ ਗਈਆਂ ਨੇ। ਇਹ ਫੈਸਲਾ ਕਿੰਨਾ ਕੁ ਸਹੀ ਆ, ਕਿੰਨਾ ਕੁ ਗਲਤ ਆ, ਇਹ ਲੋਕ ਦੱਸ ਸਕਦੇ ਆ। ਔਰ ਸਾਰੇ ਲੋਕ ਸਿਆਣੇ ਆ, ਸਭ ਸਮਝਦੇ ਆ, ਪਰ ਗਾਲਾਂ ਕੱਢਣਾ ਕਿੰਨਾ ਕੁ ਜਾਇਜ਼ ਆ, ਇਹ ਵੀ ਇੱਕ ਸਵਾਲ ਆ। ਸਾਡੇ ਨਾਲ ਨੇ ਸੋਨੀਆ ਮਾਨ, ਗੱਲ ਕਰਾਂਗੇ ਸੋਨੀਆ ਮਾਨ ਦੇ ਨਾਲ। ਸਤਿ ਸ਼੍ਰੀ ਅਕਾਲ ਜੀ ਮਾਨ। ਸਤਿ ਸ਼੍ਰੀ ਅਕਾਲ। ਸੋਨੀਆ ਜੀ, ਸਭ ਤੋਂ ਪਹਿਲਾਂ ਤਾਂ ਮੈਂ ਪੁੱਛਣਾ ਚਾਹੂੰਗਾ ਕਿ ਪਿਛਲੇ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਨੇ ਕਿ ਤੁਸੀਂ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹੋ, ਪਰ ਕੱਲ੍ਹ ਤੁਹਾਡੀ ਜੁਆਇਨਿੰਗ ਸੀ, ਪਰ ਉਹ ਬਿਲਕੁਲ ਐਨ ਮੌਕੇ 'ਤੇ ਪਤਾ ਲੱਗਿਆ ਕਿ ਤੁਸੀਂ ਜੁਆਇਨ ਨਹੀਂ ਕਰ ਰਹੇ। ਕੀ ਕਾਰਨ ਰਹੇ? ਤੁਸੀਂ ਜੁਆਇਨ ਕਰਨਾ ਸੀ ਜਾਂ ਨਹੀਂ ਕਰਨਾ ਸੀ, ਜਾਂ ਜੇ ਨਹੀਂ ਕੀਤਾ ਤਾਂ ਕਿਉਂ ਨਹੀਂ ਕੀਤਾ? ਪਹਿਲੀ ਗੱਲ ਤਾਂ ਮੈਨੂੰ ਖੁਦ ਨੂੰ ਹੀ ਨਹੀਂ ਪਤਾ ਕਿ ਮੈਂ ਜੁਆਇਨ ਕਰਨਾ ਹੁੰਦਾ ਆ। ਮੈਂ ਘਰੇ ਬੈਠੀ ਹੁੰਦੀ ਹਾਂ। ਔਰ ਪਿਛਲੀ ਵਾਰੀ ਆਪ ਦੀ ਅਫਵਾਹ ਉੱਡੀ ਸੀਗੀ ਜਦੋਂ ਆਈ ਥਿੰਕ ਕੇਜਰੀਵਾਲ ਜੀ ਆਏ ਸੀਗੇ, ਉਦੋਂ ਵੀ ਮੈਂ ਘਰੇ ਬਿਮਾਰ ਪਈ ਸੀਗੀ। ਮੈਨੂੰ ਬਹੁਤ ਸਾਰੀਆਂ ਕਾਲਸ ਆਈਆਂ। ਜਿਹੜੇ ਬੰਦੇ ਨੂੰ ਜੁਆਇਨ ਕਰਨਾ ਹੁੰਦਾ ਉਹਨੂੰ ਨਹੀਂ ਪਤਾ ਹੁੰਦਾ, ਬਾਕੀ ਸਾਰੀ ਦੁਨੀਆ ਨੂੰ ਪਤਾ ਹੁੰਦਾ ਆ, ਠੀਕ ਆ। ਔਰ ਦੂਜੀ ਗੱਲ ਇਹ ਕਿ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਵੀ MLA ਦੀ ਇਲੈਕਸ਼ਨ ਲੜਨਾ
ਔਰ ਲੋਕਾਂ ਵਾਸਤੇ ਕੰਮ ਕਰਨਾ, ਠੀਕ ਆ, ਦੋ ਇੱਕ ਵੱਖਰੀਆਂ ਗੱਲਾਂ ਨੇ, ਠੀਕ ਆ। ਲੋਕਾਂ ਵਾਸਤੇ ਕੰਮ ਕਰਨਾ ਭਾਰਤ ਪੱਧਰ ਦੇ ਉੱਤੇ ਜਾ ਕੇ ਤੁਸੀਂ ਇੰਡੀਪੈਂਡੈਂਟਲੀ ਹਰ ਕਿਤੇ ਕਰਦੇ ਹੋ ਜਾ ਕੇ ਸਾਰੀਆਂ ਗੱਲਾਂ, ਅਤੇ ਜੇ ਕੋਈ MLA ਦੀ ਇਲੈਕਸ਼ਨ ਲੜਦਾ ਆ ਸੰਵਿਧਾਨ ਦੇ ਵਿੱਚ, ਜੋ ਇੱਕ ਡੈਮੋਕ੍ਰੇਟਿਕ ਕੰਟਰੀ ਆ, ਉਹਦੇ ਵਿੱਚ ਤੁਸੀਂ ਜੋ ਇੱਕ ਚੰਗੀ ਨੀਅਤ ਨਾਲ ਲੜਦਾ ਆ, ਮੈਂ ਕਹਿੰਦੀ ਹਾਂ ਵੀ ਉਹ ਤਾਂ ਮੈਨੂੰ ਲੱਗਦਾ ਵੀ ਚੰਗੀ ਸੋਚ ਲੋਕਾਂ ਦੇ ਕੰਮ ਕਰਾਉਣ ਵਾਸਤੇ ਲੜਦਾ ਹੋਊਗਾ, ਕਿਉਂਕਿ ਉਸ ਬੰਦੇ ਦੇ ਕੋਲ ਪਾਵਰ ਹੋਣੀ ਚਾਹੀਦੀ ਲੋਕਾਂ ਦਾ ਕੰਮ ਕਰਾਉਣ ਵਾਸਤੇ। ਬਾਕੀ ਮੈਂ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਵੀ ਡੀਪਲੀ ਇੱਕ ਗੱਲ ਸੋਚੋ ਵੀ MLA ਦੀ ਪੇ ਕਿੰਨੀ ਹੁੰਦੀ ਆ, ਤੁਸੀਂ ਦੱਸੋ ਮੈਨੂੰ। ਆਈ ਥਿੰਕ 1 ਲੱਖ ਰੁਪਈਆ ਪੇ ਹੋਊਗੀ। 1 ਲੱਖ ਰੁਪਏ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਘਰ ਚਲਾਉਣਾ ਵੀ ਔਖਾ ਹੁੰਦਾ ਆ, ਠੀਕ ਆ। ਜਿਹੜੇ ਬੰਦਿਆਂ ਨੇ ਤੇ MLA ਬਣ ਕੇ ਕਰਨੀ ਕਰਪਸ਼ਨ, ਰਾਈਟ, ਜਿਨ੍ਹਾਂ ਨੇ ਕਰਨੇ ਮਾਈਨਿੰਗ ਦੇ ਬਿਜ਼ਨਸ, ਜਿਨ੍ਹਾਂ ਨੇ ਲੋਕਾਂ ਇੰਡਸਟਰੀਲਿਸਟ ਕੋਲ ਫੜਨਾ ਪੈਸਾ, ਜਿਨ੍ਹਾਂ ਨੇ ਸ਼ਰਾਬ ਦੇ ਚਲਾਉਣੇ ਠੇਕੇ, ਠੀਕ ਆ, ਉਹਨਾਂ ਵਾਸਤੇ ਤਾਂ ਬਹੁਤ ਪ੍ਰੋਫਿਟੇਬਲ ਡੀਲ ਆ। ਪਰ ਜਿਹੜੇ ਬੰਦੇ ਨੇ ਇਮਾਨਦਾਰੀ ਦੇ ਨਾਲ ਕੰਮ ਕਰਨਾ ਆ, ਸਹੀ ਗੱਲ ਦੱਸਾਂ, ਉਹਦਾ ਜਿਹੜਾ MLA ਦਾ ਭੱਤਾ ਭੁੱਤਾ ਪਾ ਕੇ ਜੋ ਵੀ ਆ ਪੈਸੇ ਮਿਲਦੇ ਆ, ਮੈਡੀਕਲ ਖਰਚਾ, ਜੋ ਇੱਕ ਇਮਾਨਦਾਰੀ ਦੇ ਤਰੀਕੇ ਦੇ ਨਾਲ ਮੈਂ ਤੁਹਾਨੂੰ ਦੱਸ ਰਹੀ ਹਾਂ, ਜਿਵੇਂ ਸਤਪਾਲ ਡਾਂਗ, ਬਿਮਲਾ ਡਾਂਗ ਹੁਣੀ ਕੰਮ ਕਰਦੇ ਰਹੇ ਨੇ, ਜਿਹੜੇ ਕਿ ਇੱਕ ਛੋਟੇ ਜਿਹੇ ਘਰ 'ਚ ਰਹਿੰਦੇ ਸੀਗੇ, ਮੀਆਂ ਬੀਬੀ ਦੋਨੋਂ। ਤੁਹਾਨੂੰ ਪਤਾ ਸਤਪਾਲ ਡਾਂਗ ਤੇ ਮਿਨਿਸਟਰ ਵੀ ਰਹੇ ਨੇ। ਉਸ ਤਰੀਕੇ ਦਾ ਜਿਹਨੇ ਕੰਮ ਕਰਨਾ ਹੈ ਸੁਸਾਇਟੀ ਦੇ ਵਿੱਚ, ਅਤੇ ਉਹੋ ਜਿਹੇ MLA ਮੈਂ ਕਹਿੰਦੀ ਹਾਂ ਵੀ ਆਉਣੇ ਚਾਹੀਦੇ ਨੇ ਔਰ ਹੋਣੇ ਵੀ ਚਾਹੀਦੇ ਨੇ। ਔਰ ਉਹ ਲੋਕਾਂ ਨੂੰ ਇਹ ਗੱਲ ਸੋਚ ਲੈਣੀ ਚਾਹੀਦੀ ਹੈ ਵੀ ਜਿਹੜੇ ਮੇਰੇ ਕਰੈਕਟਰ ਅਸੈਸੀਨੇਸ਼ਨ ਕਰਦੇ ਨੇ ਜਾਂ ਮੇਰੇ ਬਾਰੇ ਬੋਲਦੇ ਨੇ, ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਵੀ ਤੁਸੀਂ ਮੇਰੀ ਇੰਨੀ ਆਲੋਚਨਾ ਕਰਦੇ ਹੋ, ਇੰਨਾ ਕੁਛ ਬੋਲਦੇ ਹੋ, ਵੀ ਮੈਂ ਮਤਲਬ ਜਾਂ ਮੇਰੇ 'ਚ ਕੋਈ ਕਮੀ ਆ ਇਸ ਚੀਜ਼ ਦੇ ਵਿੱਚ ਕਿ ਮੈਨੂੰ ਫਿਲਮਾਂ 'ਚ ਕੰਮ ਨਹੀਂ ਮਿਲ ਸਕਦਾ, ਰਾਈਟ। ਮੈਂ ਚੰਗੀਆਂ ਭਲੀਆਂ ਫਿਲਮਾਂ ਕਰ ਰਹੀ ਸੀਗੀ। ਔਰ ਇਹ ਗੱਲ ਹਿਮੇਸ਼ ਰੇਸ਼ਮੀਆ ਨੂੰ ਪੁੱਛੋ ਜਾਂ ਫਿਰ ਸਲਮਾਨ ਨੂੰ ਪੁੱਛੋ ਜਾਂ ਕਿਸੇ ਨੂੰ ਪੁੱਛੋ ਵੀ ਸੋਨੀਆ ਮਾਨ ਦੇ ਕੀ ਕੌਂਟਰੈਕਟ ਸੀਗੇ। ਜੇ ਸੋਨੀਆ ਮਾਨ ਦੇ ਵਿੱਚ ਕਮੀ ਸੀਗੀ ਤਾਂ ਰਿਤਿਕ ਰੋਸ਼ਨ ਸੋਨੀਆ ਮਾਨ ਦੇ ਨਾਲ ਕੰਮ ਨਹੀਂ ਕਰਦਾ, ਠੀਕ ਹੈ। ਮੇਰੀਆਂ ਫਿਲਮਾਂ ਦੇ ਕੌਂਟਰੈਕਟਸ ਮੇਰੇ ਕੋਲ ਪਏ ਆ। ਅੱਜ ਇੱਕ ਨੋਰਮਲ ਸੀਰੀਅਲ ਵੀ ਤੁਸੀਂ ਕਰਨ ਜਾਓਗੇ ਨਾ ਕਲਰ TV ਦੇ ਉੱਤੇ, 1 ਲੱਖ ਰੁਪਇਆ ਪਰ ਡੇ ਆ ਬਾਈ, ਠੀਕ ਆ। ਇਹ ਗੱਲ ਮੈਨੂੰ ਲੱਗਦਾ ਵੀ ਫਿਲਮ ਇੰਡਸਟਰੀ ਵਾਲਿਆਂ ਨੂੰ ਤੇ ਸਾਰਿਆਂ ਨੂੰ ਪਤਾ ਆ, ਔਰ ਨੋਰਮਲ ਲੋਕਾਂ ਨੂੰ ਮੈਂ ਦੱਸ ਦੇਣਾ ਚਾਹੁੰਦੀ ਹਾਂ। ਨੋਰਮਲ ਸੀਰੀਅਲ ਵੀ ਕਰੋਗੇ ਤੁਸੀਂ ਕਲਰਸ ਦਾ, ਤੇ ਜੇ ਤੁਸੀਂ ਇੱਕ ਸਾਈਡ ਰੋਲ ਵੀ ਕਰਦੇ ਹੋ ਨਾ ਸੀਰੀਅਲ ਦੇ ਵਿੱਚ, 50,000 ਰੁਪਇਆ ਉਹਦੀ ਵੀ ਬਰਥਡੇ ਹੈ, ਠੀਕ ਹੈ। ਜੇ ਤੁਸੀਂ ਫਿਲਮਾਂ ਦੇ ਵਿੱਚ ਵੀ ਕੰਮ ਕਰਦੇ ਹੋ ਨਾ, ਜੇ ਤੁਸੀਂ ਚੰਗੇ ਆਰਟਿਸਟ ਹੋ, ਤਾਂ ਤੁਸੀਂ ਆਪੇ ਹਿਸਾਬ ਲਾ ਲਓ ਵੀ ਉਹਦੇ ਕੋਲ ਕਿੰਨੇ ਪੈਸੇ ਆਉਂਦੇ ਆ। ਫਿਲਮਾਂ ਦੇ ਨਾਲ ਨਾਲ ਤੁਸੀਂ ਕਿੰਨੇ ਜ਼ਿਆਦਾ ਰਿਬਨ ਕਟਿੰਗਸ ਕਰਦੇ ਹੋ, ਕਿੰਨੇ ਲੋਕਾਂ ਦੇ ਕੋਲ ਜਾਂਦੇ ਹੋ, ਰਾਈਟ, ਕਿੰਨੇ ਸ਼ੋਜ਼ ਕਰਦੇ ਹੋ, ਉਹਦੇ ਨਾਲ ਤੁਸੀਂ ਕਿੰਨੇ ਬ੍ਰਾਂਡਸ ਕਰਦੇ ਹੋ, ਉਹ ਇੰਡੋਰਸਮੈਂਟਸ ਕਰਦੇ ਹੋ, ਠੀਕ ਹੈ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਆ, ਰਾਈਟ। ਹੁਣ ਇਹ ਸਾਰਾ ਕੁਛ ਜਿਹੜਾ ਫਿਲਮ ਇੰਡਸਟਰੀ ਦੇ ਵਿੱਚ ਹੈ, ਉਹਦੇ ਵਿੱਚ ਕਿਸੇ ਦੀ ਆਲੋਚਨਾ ਨਹੀਂ ਗੀ। ਉਹ 'ਚ ਫੇਮ ਵੀ ਆ, ਉਹ 'ਚ ਪੈਸਾ ਵੀ ਆ, ਵਧੀਆ ਲਾਈਫ ਵੀ ਆ, ਵਧੀਆ ਲਾਈਫ ਸਟਾਈਲ ਵੀ ਆ, ਰਾਈਟ। ਜੇ ਕੋਈ ਬੰਦਾ ਉੱਤੇ ਕਾਂਟਾ ਮਾਰ ਕੇ ਉਹਨੂੰ ਜ਼ੀਰੋ ਕਰਕੇ, ਕਿਸਾਨ ਅੰਦੋਲਨ 'ਚ ਵੀ ਆਉਂਦਾ ਆ, ਪੈਸੇ ਕਮਾਉਣ ਵਾਸਤੇ ਆਉਂਦਾ ਬਈ। ਟੈਂਟ 'ਚ ਰਹਿਣਾ ਕੋਈ ਸੌਖੀ ਗੱਲ ਆ। ਪਿਛਲੇ 9 ਮਹੀਨੇ ਤੋਂ ਮੈਂ ਟੈਂਟ 'ਚ ਰਹਿ ਰਹੀ ਹਾਂ, ਉੱਥੇ ਰਹੀ ਵੀ ਹਾਂ, ਰਾਜਸਥਾਨ ਜਾਂ ਜਿੱਥੇ ਬੁਲਾਇਆ ਮੈਨੂੰ। ਹਰਿਆਣੇ ਦੇ ਗਵਾਹ ਨੇ ਲੋਕੀ ਵੀ ਹਰਿਆਣਾ ਅੱਜ ਮੈਨੂੰ ਇੰਨਾ ਪਿਆਰ ਕਿਉਂ ਕਰਦਾ ਆ। ਹਰਿਆਣੇ ਦੇ ਹਰ ਇੱਕ ਟੋਲ, ਹਰਿਆਣੇ ਦੇ ਹਰ ਇੱਕ ਪਿੰਡਾਂ ਦੇ ਵਿੱਚ ਸੋਨੀਆ ਮਾਨ ਨੇ ਪੋਲੀਟਿਕਸ ਦੀ ਗੱਲ ਕੀਤੀ ਆ। 3 ਬਿੱਲਾਂ ਮੇਰੀਆਂ ਜਿੰਨੀਆਂ ਵੀਡੀਓਜ਼ ਆ ਚੱਕ ਕੇ ਦੇਖ ਲਓ ਤੁਸੀਂ, ਜਿੰਨੀਆਂ ਵੀਡੀਓਜ਼ ਆ, 3 ਬਿੱਲਾਂ ਦੀ ਜਾਣਕਾਰੀ, ਤੰਬੂ ਲਾਉਣਾ ਟਿੱਕਰੀ ਬਾਰਡਰ 'ਤੇ ਸਿੰਘੂ ਬਾਰਡਰ 'ਤੇ, ਇਹ ਮੇਰੀਆਂ ਹਦਾਇਤਾਂ ਸੀਗੀਆਂ ਹਰ ਇੱਕ ਪਿੰਡ ਦੇ ਵਿੱਚ ਜਾ ਕੇ। ਇਹ ਮੈਂ ਆਪਣੇ ਮੂੰਹ ਨਹੀਂ ਕਹਿ ਰਹੀ, ਤੁਸੀਂ ਕਿਸੇ ਵੀ ਪਿੰਡਾਂ 'ਚ ਜਿੱਥੇ ਮੈਂ ਗਈ ਹੋਵਾਂ, ਭਾਵੇਂ ਮੈਂ ਮੋਹਾਲੀ ਦੇ ਪਿੰਡਾਂ 'ਚ ਗਈ ਹੋਵਾਂ, ਭਾਵੇਂ ਮੈਂ ਉੱਧਰ ਮਾਲਵੇ ਵੱਲ ਗਈ ਹੋਵਾਂ, ਮਾਝੇ ਵੱਲ ਗਈ ਹੋਵਾਂ, ਮੈਂ ਕਹਿੰਦੀ ਹਾਂ ਕਿ ਸਰਵੇ ਕਰਵਾ ਕੇ ਲੋਕਾਂ ਦੀਆਂ ਇੰਟਰਵਿਊਜ਼ ਲਈ ਜਾਣ। ਟਿੱਕਰੀ ਬਾਰਡਰ ਦੇ ਉੱਤੇ ਵੀ ਲੋਕਾਂ ਦੀਆਂ ਇੰਟਰਵਿਊਜ਼ ਲਈਆਂ ਜਾਣ ਵੀ ਜਦੋਂ ਸੋਨੀਆ ਮਾਨ ਟਿੱਕਰੀ ਬਾਰਡਰ 'ਤੇ ਸੀ, ਰਾਈਟ,
ਉੱਥੇ ਰਹਿੰਦੀ ਸੀ ਲੋਕਾਂ ਦੇ ਨਾਲ, ਬੀਬੀਆਂ ਜਿਹੜੀਆਂ ਉੱਥੇ ਮੇਰੇ ਨਾਲ ਰਹਿੰਦੀਆਂ ਰਾਤ ਨੂੰ, ਜਿਨ੍ਹਾਂ ਦੇ ਨਾਲ ਮੈਂ ਰਹਿੰਦੀ ਰਹੀ ਹਾਂ, ਰਾਈਟ, ਉਹਨਾਂ ਨੂੰ ਪੁੱਛੋ ਵੀ ਸੋਨੀਆ ਮਾਨ ਨੇ ਇਹ ਕਿਹਾ ਵੀ ਮੈਨੂੰ ਵੋਟ ਪਾਓ। ਸੋਨੀਆ ਮਾਨ ਨੂੰ ਉਦੋਂ ਪਤਾ ਸੀ ਵੀ ਉਹਨੇ ਕਿੱਥੋਂ ਇਲੈਕਸ਼ਨ ਲੜਨੀ ਆ? ਜਾਂ ਸੋਨੀਆ ਫਿਰ ਮਾਨ ਇਹ ਫੈਸਲਾ ਜਿਹੜੀ ਹੁਣ ਚਰਚਾ ਛਿੜੀ ਹੈ, ਇਹ ਅਚਾਨਕ ਹੋ ਗਿਆ ਜਾਂ ਤੁਸੀਂ ਕਹਿੰਦੇ ਹੋ ਵੀ ਤੁਹਾਡੇ ਕਹਿਣ ਦੇ ਮੁਤਾਬਕ ਪਲਾਨਡ ਨਹੀਂ ਸੀ ਇਹ, ਮੈਂ ਜਾਂ ਫੈਸਲਾ ਹੋਇਆ ਜਾਂ ਨਹੀਂ ਹੋਇਆ ਜਾਂ ਮੇਰੀ ਕੀ ਗੱਲ ਹੈ? ਸੁਣੋ, ਵੇਖੋ ਰਾਈਟ ਨਾਓ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦੀ ਹਾਂ ਵੀ ਜਦੋਂ ਇੰਨਾ ਕੁਛ, ਮੇਰਾ ਕੋਈ ਫੈਸਲਾ ਨਹੀਂ ਸੀਗਾ, ਜਦੋਂ ਇੰਨਾ ਕੁਛ ਕਰਨ ਤੋਂ ਬਾਅਦ ਵੀ ਲੋਕਾਂ ਨੇ ਜੁੱਤੀਆਂ ਹੀ ਮਾਰਨੀਆਂ ਸਿਰ 'ਚ, ਗਾਲਾਂ ਹੀ ਕੱਢਣੀਆਂ ਨੇ, ਰਾਈਟ, ਸੱਚ ਤੁਹਾਨੂੰ ਦੱਸ ਰਹੀ ਹਾਂ। ਮੈਂ ਕਹਿੰਦੀ ਮੇਰੇ ਨਾਲੋਂ ਦੂਜੇ ਕਲਾਕਾਰ ਚੰਗੇ ਆ, ਜਿਹੜੇ ਬਾਈ ਆਪਣਾ ਕੰਮ ਕਰ ਰਹੇ ਅੱਜ, ਆਪਣਾ ਕੰਮ ਨਹੀਂ ਛੱਡਿਆ ਉਹਨਾਂ ਨੇ, ਆਪਣਾ ਕੰਮ ਕਰ ਰਹੇ ਆ, ਬਾਹਰ ਜਾ ਰਹੇ ਆ ਰਹੇ ਆ, ਆਪਣਾ ਜਿਮ ਜਾ ਰਹੇ ਆ, ਆਪਣੀ ਫਿਟਨੈਸ ਵੱਲ ਧਿਆਨ ਦੇ ਰਹੇ ਆ, ਸਭ ਕੁਛ ਕਰ ਰਹੇ ਆ, ਮੇਰੇ ਨਾਲੋਂ ਚੰਗੇ ਆ। ਪਹਿਲੋਂ ਮੇਰੀ ਨਜ਼ਰਾਂ 'ਚ ਉਹ ਚੰਗੇ ਨਹੀਂ ਸੀਗੇ, ਜਦੋਂ ਮੈਨੂੰ ਲੱਗਦਾ ਸੀ ਵੀ ਦੇ ਆਰ ਵੈਰੀ ਸੈਲਫਿਸ਼, ਇਹ ਸੋਚਦੇ ਕਿਉਂ ਨਹੀਂ ਆ, ਹੈ ਨਾ, ਮੈਨੂੰ ਇਹ ਲੱਗਦਾ ਸੀਗਾ। ਬਟ ਮੈਨੂੰ ਅੱਜ ਜੋ ਮੇਰੇ ਜਿਸ ਤਰੀਕੇ ਦੇ ਨਾਲ ਮੇਰੇ ਨਾਲ ਇਹ ਸਾਰਾ ਕੁਛ ਹੁੰਦਾ ਪਿਆ ਨਾ, ਮੈਨੂੰ ਸਹੀ ਗੱਲ ਲੱਗਦਾ ਵੀ ਉਹ ਸਹੀ ਨੇ, ਮੈਂ ਬੇਵਕੂਫ ਹਾਂ ਕਿਤੇ ਨਾ ਕਿਤੇ, ਮੈਨੂੰ ਇਹ ਲੱਗਦਾ ਵੀ ਉਹ ਸਹੀ ਨੇ, ਵੀ ਆਪਣਾ ਕੰਮ ਕਰ ਰਹੇ ਨੇ, ਆਪਣੇ ਆਪ ਦੇ ਵਿੱਚ ਨੇ ਸਾਰਾ ਕੁਛ, ਮਤਲਬ ਉਹਨਾਂ ਨੂੰ ਕਿਤੇ ਨਾ ਕਿਤੇ ਚੱਲ ਜਾਂਦੇ ਨੇ ਜਾ ਕੇ ਇੱਕ ਸਪੀਚ ਦੇ ਕੇ ਘਰ ਵਾਪਸ। ਔਰ ਬਾਲੀਵੁੱਡ ਵਾਲੇ ਵੀ ਨਹੀਂ, ਤੁਹਾਡੇ ਜਿਹੜੇ ਸਮਰਥਕ ਆ ਜਿਨ੍ਹਾਂ ਨੇ ਤੁਹਾਨੂੰ ਦੇਖਿਆ ਕਿ ਪਹਿਲੇ ਦਿਨ ਤੋਂ ਤੁਸੀਂ ਮੋਰਚੇ ਦੇ ਵਿੱਚ ਨਾਲ ਖੜੇ ਹੋ, ਪਰ ਜਦੋਂ ਉਹਨਾਂ ਨੂੰ ਦਿਖਦਾ ਵੀ ਅਕਾਲੀ ਦਲ ਬਾਰੇ ਚਰਚਾ ਛਿੜਦੀ ਆ, ਹਾਲਾਂਕਿ ਅਕਾਲੀ ਦਲ ਦਾ ਪਿਛੋਕੜ ਜੇ ਆਪਾਂ ਦੇਖੀਏ ਵੀ ਜਦੋਂ ਪੰਜਾਬ ਦੇ ਵਿੱਚ ਜਿਹੜੀ ਨਕਸਲਾਈਟ ਮੂਵਮੈਂਟ ਚੱਲਦੀ ਆ, ਉਹਦੇ ਬਾਬਾ ਬੂਝਾ ਸਿੰਘ ਹੋਇਆ, 75 ਸਾਲ ਦੇ ਬਜ਼ੁਰਗ ਹੋਏ ਆ, ਉਹਨਾਂ ਦਾ ਜਿਹੜਾ ਪੁਲਿਸ ਮੁਕਾਬਲਾ, ਝੂਠਾ ਪੁਲਿਸ ਮੁਕਾਬਲਾ ਹੋਇਆ, ਮੰਨਿਆ ਜਾਂਦਾ ਕਿ ਝੂਠਾ ਪੁਲਿਸ ਮੁਕਾਬਲਾ ਸੀ। ਇਸ ਤੋਂ ਬਿਨਾਂ 100 ਦੇ ਕਰੀਬ ਹੋਰ ਵੀ ਜਿਹੜੇ ਸ਼ਹੀਦ ਹੋਏ ਆ, ਉਹ ਬਾਦਲ ਸਰਕਾਰ ਦੀ ਟਾਈਮ 'ਚ ਹੋਏ ਆ। ਤੁਹਾਡੇ ਪਿਤਾ ਜੀ ਉਸ ਪਾਰਟੀ ਦੇ ਆਗੂ ਸੀ, CPI-ML ਦੇ, ਅਤੇ ਤੁਹਾਨੂੰ ਲੱਗਦਾ ਨਹੀਂ ਵੀ ਅੱਜ ਜੇ ਇੱਦਾਂ ਦਾ ਕੋਈ ਫੈਸਲਾ ਹੁੰਦਾ ਤਾਂ ਤੁਹਾਡੇ ਪਿਤਾ ਜੀ ਦੀ ਸੋਚ ਨਾਲ ਤੁਹਾਡਾ ਫਰਕ ਪੈਂਦਾ? ਵੇਖੋ, ਮੇਰੇ ਪਿਤਾ ਜੀ ਦੀ ਸੋਚ ਇਹ ਸੀਗੀ ਲੋਕਾਂ ਦੀ ਹੈਲਪ ਕਰਨੀ, ਮੇਰੇ ਪਿਤਾ ਜੀ ਦੀ ਸੋਚ ਸੀਗੀ ਹਿਊਮੈਨਿਟੀ ਨੂੰ ਸਰਵ ਕਰਨਾ। ਔਰ ਉਹਨਾਂ ਨੇ ਮੈਨੂੰ ਇਹ ਲਿਖੀ ਗੱਲ, ਨਾ ਹਿੰਦੂ ਬਣੀ, ਨਾ ਮੁਸਲਿਮ ਬਣੀ, ਨਾ ਸਿੱਖ ਬਣੀ, ਸਭ ਤੋਂ ਉੱਤੇ ਉੱਠ ਕੇ ਸਭ ਤੋਂ ਪਹਿਲੋਂ ਇੱਕ ਚੰਗੀ ਇਨਸਾਨ ਬਣਨ ਦੀ ਕੋਸ਼ਿਸ਼ ਕਰੀ, ਔਰ ਉਹੀ ਮੈਂ ਬਣਨ ਦੀ ਕੋਸ਼ਿਸ਼ ਕਰ ਰਹੀ ਹਾਂ। ਠੀਕ ਹੈ, ਮੈਨੂੰ ਜੋ ਲੱਗਦਾ ਹੈ, ਜੋ ਮੈਂ ਇਸ ਸਮਾਜ ਦੇ ਵਿੱਚ ਵਿਚਰ ਕੇ ਦੇਖਿਆ ਹੈ ਕਿ ਅੱਜ ਕੱਲ੍ਹ ਵਿਅਕਤੀਗਤ ਲੜਾਈ ਨਹੀਂ ਰਹੀ, ਅੱਜ IT ਸੈੱਲਾਂ ਦੀ ਲੜਾਈ ਆ। ਪਹਿਲੀ ਗੱਲ ਤਾਂ ਆ ਵੀ ਹਰ ਇੱਕ ਪਾਰਟੀ ਨੇ ਆਪਣੇ IT ਸੈੱਲ ਰੱਖੇ ਗਾਲਾਂ ਕੱਢਣ ਵਾਸਤੇ। ਦੂਜੀ ਗੱਲ ਇਹ ਕਿ ਹਰ ਇੱਕ ਪਾਰਟੀ ਦੇ ਵਿੱਚ ਸਹੀ ਬੰਦੇ ਨਹੀਂ ਹੈਗੇ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ। ਇਸ ਪਾਰਟੀ ਛੱਡੋ, ਸਮਾਜ ਦੇ ਵਿੱਚ ਵੀ ਨਹੀਂ ਹੈਗੇ। ਆਪਾਂ ਨੋਰਮਲੀ ਸਮਾਜ 'ਚ ਵਿਚਰਦੇ ਹਾਂ, ਕਿਸੇ ਦੀ ਸੋਚ ਕੀ ਹੈ, ਕਿਸੇ ਦੀ ਸੋਚ ਕੀ ਹੈ, ਕਿਸੇ ਦੀ ਸੋਚ ਕੀ ਹੈ, ਹਰ ਕੋਈ ਡਿਫਰੈਂਟ ਆ ਆਪਣੇ ਨਾਲੋਂ, ਹੈ ਨਾ। ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਰੇ CPI-ML ਦੇ ਵਿੱਚ ਚੰਗੇ ਬੰਦੇ ਆ, ਇਸ ਕਰਕੇ ਇਹ ਨਹੀਂ ਕਹਿ ਸਕਦੇ ਸਾਰੇ CPI 'ਚ ਚੰਗੇ ਬੰਦੇ ਆ, ਸਾਰੇ ਅਕਾਲੀ ਦਲ 'ਚ ਚੰਗੇ ਬੰਦੇ ਆ, ਸਾਰੇ ਝਾੜੂ 'ਚ ਚੰਗੇ ਬੰਦੇ ਆ, ਜਾਂ ਸਾਰੇ ਕਾਂਗਰਸ 'ਚ ਚੰਗੇ ਬੰਦੇ ਆ। ਮੈਨੂੰ ਇਹ ਲੱਗਦਾ ਹੈ ਵੀ ਵਿਅਕਤੀਗਤ ਸਰੂਪੀ ਹਰ ਇੱਕ ਬੰਦੇ ਨੂੰ ਵੇਖਣਾ ਚਾਹੀਦਾ ਆ। ਕੋਈ ਵੀ ਬੰਦਾ ਡਿਫਰੈਂਟ ਹੈ ਇੱਕ ਦੂਜੇ ਤੋਂ। ਕਾਂਗਰਸ 'ਚ ਵੀ ਕੋਈ ਚੰਗੇ ਬੰਦੇ ਹੋ ਸਕਦੇ ਆ, ਚੰਗੀ ਸੋਚ ਦੇ ਮਾਲਕ। ਇਸੇ ਤਰੀਕੇ ਦੇ ਨਾਲ ਅਕਾਲੀ ਦਲ 'ਚ ਵੀ ਕੋਈ ਚੰਗੇ ਬੰਦੇ ਹੋ ਸਕਦੇ ਆ, ਚੰਗੀ ਸੋਚ ਦੇ ਲੈ ਕੇ। ਇਸੇ ਤਰੀਕੇ ਨਾਲ CPI 'ਚ, CPI-ML 'ਚ ਜਾਂ ਝਾੜੂ 'ਚ ਵੀ ਹੋ ਸਕਦੇ ਆ। ਸੋ ਮੈਨੂੰ ਇਹ ਲੱਗਦਾ ਹੈ ਕਿ ਆਪਾਂ ਨੂੰ ਪਾਰਟੀਆਂ ਨਾਲੋਂ ਉੱਤੇ ਉੱਠ ਕੇ ਚੰਗੇ ਵਿਅਕਤੀਗਤ, ਚੰਗੇ ਲੋਕਾਂ ਨੂੰ ਵੇਖਣਾ ਚਾਹੀਦਾ ਆ, ਸਭ ਤੋਂ ਪਹਿਲਾਂ ਤਾਂ ਇਹ। ਫਿਰ ਆਪਾਂ ਬਲੇਮ ਕਰਦੇ ਹਾਂ ਵੀ ਅਕਾਲੀਆਂ ਨੇ ਬਰਬਾਦ ਕਰਤਾ, ਝਾੜੂ ਨੇ ਬਰਬਾਦ ਝਾੜੂ ਪੈਸੇ ਲੈਣ ਲੱਗ ਪਿਆ ਜੀ, ਕਾਂਗਰਸ ਨੇ ਬਰਬਾਦ ਕਰਤਾ ਹੈ, ਕਾਂਗਰਸ ਨੇ 4.5 ਸਾਲ ਕੰਮ ਨਹੀਂ ਕਰਵਾਏ, ਕੈਪਟਨ ਸਾਹਿਬ ਸਹੀ ਨਹੀਂ ਸੀ ਤੇ ਕੈਪਟਨ ਸਾਹਿਬ ਨੂੰ ਬਦਲਤਾ। ਬਈ ਮੈਨੂੰ ਇੱਕ ਗੱਲ ਦੱਸੋ ਵੀ ਕੈਪਟਨ ਸਾਹਿਬ ਨੂੰ ਬਦਲਿਆ, ਥੱਲੇ MLA ਤੇ ਉਹੀ ਆ, ਮਿਨਿਸਟਰ ਤੇ ਉਹੀ ਆ, ਮਾਈਨਿੰਗ ਦੇ ਬਿਜ਼ਨਸ ਉਹੀ ਆ, ਸ਼ਰਾਬ ਦੇ ਠੇਕੇ ਉਹੀ ਆ, ਲੋਕੀ ਉਹੀ ਆ। ਵੇਖੋ, ਤੁਸੀਂ ਕਿਸੇ MLA ਨੂੰ ਬਲੇਮ ਨਹੀਂ ਕਰ ਸਕਦੇ, ਕਿਉਂਕਿ ਕਸੂਰ ਸਾਡੇ ਵਿੱਚ ਹੈ ਕਿਤੇ ਨਾ ਕਿਤੇ। ਅਸੀਂ ਗਲਤ ਹਾਂ। ਕਿਉਂ ਅਸੀਂ ਗਲਤ ਹਾਂ? ਕਿਉਂਕਿ ਵਿਅਕਤੀਗਤ ਰੂਪ ਦੇ ਵਿੱਚ ਜਦੋਂ ਕੋਈ MLA ਬਣਦਾ ਆ, ਸਾਰੇ ਆਪਣੇ ਰਾਈਟ ਟੂ ਵੋਟ ਦੇ ਅਕੋਰਡਿੰਗਲੀ ਉਸ ਬੰਦੇ ਨੂੰ ਵੋਟ ਪਾ ਕੇ ਜਿਤਾਉਂਦੇ ਨੇ। ਕੋਈ ਇਮਾਨਦਾਰੀ ਨਾਲ ਵੋਟ ਪਾਉਂਦਾ, ਕੋਈ ਪੈਸੇ ਲੈ ਕੇ ਵੋਟ ਪਾਉਂਦਾ ਆ। ਜਿੱਦਣ ਆਪਾਂ ਸਾਰੇ ਇਮਾਨਦਾਰ ਹੋ ਜਾਵਾਂਗੇ ਨਾ ਆਪਣੇ ਪ੍ਰਤੀ ਅਤੇ ਆਪਣੇ ਬੱਚਿਆਂ ਦੇ ਫਿਊਚਰ ਪ੍ਰਤੀ, ਉਦਣ ਕੋਈ ਗਲਤ ਬੰਦਾ MLA ਨਹੀਂ ਬਣ ਸਕਦਾ।
ਤੇ ਜਿੱਦਣ ਕੋਈ ਗਲਤ ਬੰਦਾ ਐਮਐਲਏ ਨਹੀਂ ਨਾ ਬਣੂਗਾ 117 ਸੀਟਾਂ ਦੇ ਉੱਤੇ ਇੱਕ ਸੀਟ ਤੁਸੀਂ ਲੈ ਲਓ ਤੇ ਉਦੋਂ ਕੋਈ ਗਲਤ ਸੀਐਮ ਨਹੀਂ ਬਣ ਸਕਦਾ। ਕਿਤੇ ਨਾ ਕਿਤੇ ਕਮੀ ਆਪਣੇ ਵਿੱਚ ਹੈ, ਪਾਰਟੀਆਂ ਦੇ ਵਿੱਚ ਕਮੀ ਨਹੀਂ ਆ, ਐਮਐਲਏ ਦੇ ਵਿੱਚ ਕਮੀ ਨਹੀਂ ਆ। ਉਹ ਬੰਦਾ ਗਲਤ ਬੰਦਾ ਤੇ ਜ਼ੋਰ ਲਾਊਗਾ ਕਿ ਉਹ ਬਣੇ। ਸੋਨੀਆ ਜੀ, ਤੁਹਾਨੂੰ ਨਹੀਂ ਲੱਗਦਾ ਵੀ ਜਦ ਤੁਸੀਂ ਇਹ ਕਹਿੰਦੇ ਹੋ ਵੀ ਕਮੀ ਐਮਐਲਏ ਦੇ ਵਿੱਚ ਨਹੀਂ ਹੈਗੀ, ਲੋਕਾਂ ਦੇ ਵਿੱਚ ਹੈ, ਕਿ ਤੁਹਾਡੇ ਪਿਤਾ ਜੀ ਦੀ ਗੱਲ ਕਰੀਏ ਆਪਾਂ, ਜਿਹੜੀ ਧਾਰਾ ਇੱਕ ਇਨਕਲਾਬੀ ਧਾਰਾ ਚੱਲਦੀ ਸੀ ਜਿਹੜੀ ਇਸ ਸਿਸਟਮ ਦੇ ਖਿਲਾਫ ਸੀ, ਔਰ ਉਹ ਧਾਰਾ ਸਬਜੈਕਟਿਵ ਹੋ ਕੇ ਇੱਦਾਂ ਚੀਜ਼ਾਂ ਨੂੰ ਨਹੀਂ ਸੀ ਦੇਖਦੀ। ਉਹ ਦੇਖਦੇ ਸੀ ਵੀ ਜਿਹੜੇ ਨੁਕਸ ਨੇ ਜਾਂ ਲੋਕਾਂ ਦੀਆਂ ਦੁੱਖਾਂ ਤਕਲੀਫਾਂ ਦੀ ਵਜ੍ਹਾ ਇਸ ਪ੍ਰਬੰਧ ਆ, ਇਹ ਸਿਸਟਮ ਆ। ਵੇਖੋ ਜੀ, ਮੈਨੂੰ ਮੇਰੇ ਪਾਪਾ ਦੀ ਆਪਣੀ ਸੋਚ ਹੋ ਸਕਦੀ ਆ, ਜ਼ਰੂਰੀ ਨਹੀਂ ਆ ਵੀ ਮੇਰੇ ਪਾਪਾ ਵਾਲੀ ਸੋਚ ਮੇਰੀ ਹੋਵੇ, ਠੀਕ ਆ। ਮੇਰਾ ਉਹ ਜੇ ਇਸ ਦੌਰ ਦੇ ਵਿੱਚ ਜੋ ਲੋਕਾਂ ਦੇ ਨਾਲ ਵਿਚਰੇ, ਤੁਹਾਡਾ ਆਲਾ ਦੁਆਲਾ ਤੈਅ ਕਰਦਾ ਇੱਕ ਬੱਚੇ ਦਾ ਵੀ ਉਹ ਵੱਡੇ ਹੋ ਕੇ ਉਹਦਾ ਸੋਚ ਦਾ ਸਿਸਟਮ ਕਿਹੋ ਜਿਹਾ ਹੋਊਗਾ। ਮੇਰੇ ਫਾਦਰ ਸਾਹਿਬ ਜਦੋਂ ਯੂਨੀਵਰਸਿਟੀ 'ਚ ਹੁੰਦੇ ਹੋਣਗੇ, ਉਹਨਾਂ ਦੇ ਫਰੈਂਡਸ ਇਹੋ ਜਿਹੇ ਹੋਣਗੇ, ਉਹਨਾਂ ਦਾ ਆਲਾ ਦੁਆਲਾ ਇਹੋ ਜਿਹਾ ਹੋਊਗਾ, ਉਹਨਾਂ ਨੂੰ ਲੱਗਦਾ ਇਹੋ ਜਿਹਾ ਹੋਊਗਾ, ਰਾਈਟ। ਮੈਨੂੰ ਇਹ ਲੱਗਦਾ ਵੀ ਸਾਡੇ ਲੋਕੀ ਸਿਸਟਮ ਬਣਾਉਂਦੇ ਨੇ, ਮੈਨੂੰ ਲੱਗਦਾ ਹੈ ਵੀ ਅਸੀਂ ਸਿਸਟਮ ਬਣਾਉਂਦੇ ਹਾਂ, ਸਾਡੇ ਵਿੱਚੋਂ ਸਿਸਟਮ ਨਿਕਲਦਾ ਹੈ, ਮੈਨੂੰ ਇਹ ਲੱਗਦਾ ਹੈ, ਮੇਰੀ ਇਹ ਸੋਚ ਹੈ। ਸੋ ਮੇਰੀ ਇਹ ਸੋਚ ਹੈ ਕਿ ਸਾਨੂੰ ਵਿਅਕਤੀਗਤ ਰੂਪ ਦੇ ਵਿੱਚ ਹਰ ਇੱਕ ਬੰਦੇ ਨੂੰ ਆਪਣੇ ਵਿੱਚ ਚੇਂਜ ਲਿਆਉਣਾ ਚਾਹੀਦਾ ਆ, ਹਰ ਇੱਕ ਵੋਟਰ ਨੂੰ ਆਪਣੇ ਵਿੱਚ ਚੇਂਜ ਲਿਆਉਣਾ ਚਾਹੀਦਾ ਆ। ਹਰ ਇੱਕ ਵੋਟਰ ਨੂੰ ਇਹ ਸੋਚ ਕੇ ਵੋਟ ਨਹੀਂ ਪਾਉਣੀ ਚਾਹੀਦੀ ਕਿ ਉਹ ਕਿਸੇ ਧੜੇ ਦੇ ਨਾਲ ਜੁੜਿਆ ਹੋਇਆ ਆ। ਉਹਨੂੰ ਇਹ ਸੋਚ ਕੇ ਵੋਟ ਪਾਉਣੀ ਚਾਹੀਦੀ ਵੀ ਇਹ ਜਿਹੜਾ ਬੰਦਾ ਸਾਹਮਣੇ ਖੜਾ ਆ, ਭਾਵੇਂ ਉਹ ਜਿਹੜਾ ਮਰਜ਼ੀ ਆ, ਭਾਵੇਂ ਉਹ ਅਕਾਲੀ ਦਲ 'ਚੋਂ ਖੜਾ ਆ, ਭਾਵੇਂ ਉਹ ਕਾਂਗਰਸ 'ਚੋਂ ਖੜਾ ਆ, ਝਾੜੂ 'ਚੋਂ ਖੜਾ ਆ, ਜੇ ਜੇ ਉਹ ਚੰਗਾ ਇਨਸਾਨ ਆ, ਜੇ ਉਹਨਾਂ ਨੂੰ ਲੱਗਦਾ ਵੀ ਉਹ ਆਰਟੀਆਈ ਰਿਪੋਰਟ ਵੀ ਤੇ ਹੁੰਦੀ ਹੈ ਨਾ ਇੱਕ ਆਪਣੇ ਇੱਥੇ, ਵੀ ਕਿਸੇ ਦੀ ਪ੍ਰੋਪਰਟੀ ਡਿਟੇਲ ਵੀ ਤੇ ਹੁੰਦੀ ਆ, ਵੀ ਜਿਹੜੀ ਤੁਸੀਂ ਵੇਖੋ ਵੀ ਆਪਾਂ ਜਾਣਦੇ ਹੋਏ ਇਗਨੋਰ ਕਰ ਦਿੰਦੇ ਆ ਸਾਰੀਆਂ ਗੱਲਾਂ। ਕੋਈ ਐਮਐਲਏ ਜਦੋਂ ਕਾਗਜ਼ ਭਰਦਾ ਆ ਤਾਂ ਸਾਰੀ ਫਾਰਮੈਲਿਟੀ ਪੂਰੀ ਕੀਤੀ ਜਾਂਦੀ ਆ ਨਾ, ਵੀ 5 ਸਾਲਾਂ 15 ਸਾਲਾਂ ਦੀ ਆਰਟੀਆਈ ਰਿਪੋਰਟ ਕਢਵਾ ਕੇ ਦੇਖੋ ਨਾ ਇਹਨਾਂ ਸਾਰਿਆਂ ਦੀਆਂ, ਵੀ ਜਦੋਂ ਇਹ ਆਏ ਸੀਗੇ ਐਮਐਲਏ ਬਣੇ ਸੀਗੇ ਉਦੋਂ ਇਹਨਾਂ ਕੋਲ ਕਿੰਨੀ ਪ੍ਰਾਪਰਟੀ ਸੀਗੀ, ਉਸ ਤੋਂ ਬਾਅਦ 5 ਸਾਲਾਂ ਬਾਅਦ ਇਹਨਾਂ ਕੋਲ ਕਿੰਨੀ ਪ੍ਰਾਪਰਟੀ ਆਈ ਬਾਈ, ਫਿਰ ਉਹਨਾਂ ਬਾਅਦ ਕਿੰਨੀ ਆਈ, ਇਹਨਾਂ ਕੋਲ ਇੰਨੇ ਪੈਸੇ ਕਿੱਥੋਂ ਆ ਗਏ। ਜਦੋਂ ਇੱਕ ਐਮਐਲਏ ਦੀ 1 ਲੱਖ ਰੁਪਇਆ ਪੇ ਆ, ਉਸ ਤੋਂ ਇਲਾਵਾ ਇਹਨਾਂ ਕੋਲ ਕਿੰਨੇ ਪੈਸੇ ਕਿੱਥੋਂ ਆਏ। ਇਹ ਕੁਐਸਚਨ ਕਰਨ ਵਾਲਾ ਕੋਈ ਕਿਉਂ ਨਹੀਂ ਆਉਂਦਾ ਅੱਗੇ ਸਾਹਮਣੇ, ਬੋਲਣ ਵਾਲਾ ਕਿਉਂ ਨਹੀਂ ਆਉਂਦਾ, ਕਿਉਂਕਿ ਲੋਕੀ ਇਹ ਤਾਂ ਗੱਲ ਤੁਹਾਡੀ ਸੱਚੀ ਆ। ਤੁਸੀਂ ਕਹਿ ਰਹੇ ਹੋ ਵੀ ਲੋਕ ਕਹਿ ਰਹੇ ਆ ਵੀ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਹੋ ਰਿਹਾ ਕਿਸੇ ਨਾ ਕਿਸੇ ਤਰੀਕੇ ਨਾਲ, ਕਾਂਗਰਸ ਦਾ ਵੀ ਹੋ ਰਿਹਾ, ਅਕਾਲੀਆਂ ਦਾ ਵੀ ਹੋ ਰਿਹਾ। ਤੁਸੀਂ ਪਹਿਲਾਂ ਗੱਲ ਉਠਾਈ ਆ ਕਿ ਬਦਲ ਦੀ ਗੱਲ ਆ ਵੀ ਜੇ ਸਾਰੇ ਗਲਤ ਨੇ ਤਾਂ ਸਾਹਮਣੇ ਕੌਣ ਆਊਗਾ, ਕੋਈ ਚੰਗੇ ਅਸਤਿਤਵ ਵਾਲਾ ਵਿਅਕਤੀ ਅੱਗੇ ਆ ਕੇ ਠੀਕ ਕਰੂਗਾ। ਪਰ ਸਵਾਲ ਤਾਂ ਇਹ ਹੁੰਦਾ ਵੀ ਲੋਕ ਦੇਖਦੇ ਸੀ ਵੀ ਕਿਸਾਨ ਮੋਰਚੇ ਦਾ ਕੋਈ ਹੱਲ ਹੋ ਜਾਵੇ ਤੇ ਉਸ ਤੋਂ ਬਾਅਦ ਕੋਈ ਤੀਜਾ ਬਦਲ ਉਭਾਰਿਆ ਜਾ ਸਕਦਾ, ਸ਼ਾਇਦ ਉਹਦਾ ਚਿਹਰਾ ਇੱਕ ਸੋਨੀਆ ਮਾਨ ਵੀ ਕੋਈ ਹੋ ਸਕਦੀ ਉਹਨਾਂ ਚਿਹਰਿਆਂ ਦੇ ਵਿੱਚੋਂ ਇੱਕ। ਮੈਂ ਤੁਹਾਨੂੰ ਸਿਰਫ ਇੰਨੀ ਗੱਲ ਕਹਿਣਾ ਚਾਹੁੰਦੀ ਹਾਂ, ਕਿਸਾਨੀ ਮੋਰਚਾ ਆਪਣੀ ਜਗ੍ਹਾ ਤੇ ਆ, ਤੁਸੀਂ ਸਾਰਿਆਂ ਨੂੰ ਕਿਸਾਨੀ ਮੋਰਚੇ 'ਚ ਇੰਕਲੂਡ ਨਹੀਂ ਕਰ ਸਕਦੇ, ਠੀਕ ਹੈ। ਆਪਣੇ ਇੱਥੇ ਸਾਰੇ ਕਿਸਾਨ ਨਹੀਂ ਹੈਗੇ, ਮਤਲਬ ਬਹੁਤ ਤਰ੍ਹਾਂ ਦੇ ਵਿਅਕਤੀਗਤ ਰੂਪ ਦੇ ਡਿਫਰੈਂਟ ਲੋਕੀ ਰਹਿੰਦੇ ਆ, ਸ਼ਹਿਰ ਦੇ ਵਿੱਚ ਵੀ, ਪਿੰਡਾਂ 'ਚ ਵੀ, ਹਰ ਕਿਤੇ ਥਾਂ ਦੇ ਉੱਤੇ ਮਜ਼ਦੂਰ ਵੀ ਨੇ, ਕਿਸਾਨ ਵੀ ਨੇ। ਹੁਣ 3 ਬਿੱਲਾਂ ਦੀ ਜਿਨ੍ਹਾਂ ਨੂੰ ਸਮਝ ਆ, ਠੀਕ ਆ, 3 ਬਿੱਲਾਂ ਦੇ ਅਕੋਰਡਿੰਗਲੀ ਫਾਰਮ ਆਫ ਪ੍ਰੋਟੈਸਟ ਚੱਲ ਰਿਹਾ ਹੈ, ਬਟ ਬਾਕੀ ਵਿਅਕਤੀਗਤ ਰੂਪ ਦੇ ਵਿੱਚ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਵੀ ਅੰਦੋਲਨ ਸਾਰਿਆਂ ਦਾ ਆ, ਠੀਕ ਆ। ਬਾਕੀ ਦੂਜੀ ਗੱਲ ਇਹ ਵੀ ਇੱਥੇ ਗੱਲ ਆਉਂਦੀ ਹੈ 3 ਬਿੱਲ ਰੱਦ ਕਰਾਉਣ ਦੀ। ਅਸੀਂ ਪੰਜਾਬ ਤੋਂ ਤੁਰੇ ਸੀਗੇ 3 ਬਿੱਲ ਰੱਦ ਕਰਾਉਣ ਵਾਸਤੇ, ਉਹ 3 ਬਿੱਲਾਂ ਦੇ ਉੱਤੇ ਹੀ ਗੱਲ ਰਹਿਣੀ ਚਾਹੀਦੀ ਆ, ਕਿਸੇ ਪਾਰਟੀਬਾਜ਼ੀ ਦੇ ਉੱਤੇ ਗੱਲ ਨਹੀਂ ਆਉਣੀ ਚਾਹੀਦੀ। ਅੱਜ ਸਾਡਾ ਸਮਾਜ ਦੇ ਵਿੱਚ ਜਿੰਨੇ ਵੀ ਲੋਕੀ ਆ, ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਕਿਸੇ ਨਾ ਕਿਸੇ ਨੂੰ ਵੋਟ ਪਾਉਂਦੇ ਆ, ਕਿਸੇ ਨਾ ਕਿਸੇ ਨੂੰ ਜੁੜੇ ਹੋਏ ਨੇ। ਜਿਹੜੀ ਗੱਲ ਦੀ ਮੈਂ ਗੱਲ ਕੀਤੀ ਵੀ ਤੁਸੀਂ ਕਿਸੇ ਬੰਦੇ ਨੂੰ ਜੋੜ ਕੇ ਪਾਉਂਦੇ ਹੋ ਵੋਟ, ਰਾਈਟ, ਤੁਸੀਂ ਇੱਕ ਚੰਗੇ ਇਨਸਾਨ ਨੂੰ ਪਾਓ, ਠੀਕ ਹੈ। ਅੱਜ ਤੁਹਾਨੂੰ ਕੀ ਲੱਗਦਾ ਮੋਰਚੇ ਦੇ ਵਿੱਚ ਜਿੰਨੇ ਲੋਕੀ ਬੈਠੇ ਨੇ ਉੱਠ ਕੇ ਤੇ ਪੰਜਾਬ ਤੋਂ ਗਏ ਨੇ ਨਾ, ਪਿੰਡਾਂ 'ਚੋਂ ਗਏ ਨੇ ਨਾ, ਤੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਵੜ ਕੇ ਦੇਖੋ 2 ਧੜੇਬਾਜ਼ੀਆਂ ਹੁੰਦੀਆਂ, ਅਕਾਲੀ ਤੇ ਕਾਂਗਰਸੀ, ਤੇ ਮੈਨੂੰ ਲੱਗਦਾ ਅੱਧੇ ਉਹ ਹੋਣਗੇ ਵਿੱਚ ਵਿਚਾਲੇ ਕੁਛ ਝਾੜੂ ਵਾਲੇ ਵੀ ਹੋਣਗੇ, ਠੀਕ ਹੈ। ਸਾਰੇ ਮਿਲ ਜੁਲ ਕੇ ਗਏ ਹੋਣਗੇ ਉੱਥੇ, ਠੀਕ ਹੈ। ਫਿਰ ਮੈਨੂੰ ਇੱਕ ਗੱਲ ਦੱਸੋ ਵੀ ਜਦੋਂ ਸਾਰੇ ਮਿਲ ਜੁਲ ਕੇ ਗਏ ਆ ਉੱਥੇ 3 ਬਿੱਲਾਂ ਦੀ ਗੱਲ ਕਰਨ ਵਾਸਤੇ ਕਿ 3 ਬਿੱਲ ਰੱਦ ਕਰਾਉਣੇ ਆ,
ਅੱਛਾ ਚਲੋ ਮੈਂ ਗੱਲ ਕੀਤੀ ਝਾੜੂ ਵਾਲੇ ਵੀ ਹੋਣਗੇ, ਕਮਿਊਨਿਸਟ ਭੁੱਲ ਗਈ ਸੀਗੀ, ਕਮਿਊਨਿਸਟ ਵੀ ਹੋਣਗੇ, CPI ਵਾਲੇ ਵੀ ਹੋਣਗੇ, CPML ਵਾਲੇ ਵੀ ਹੋਣਗੇ, ਲਿਬਰਲ ਵੀ ਹੋਣਗੇ, ਜਿੰਨੀਆਂ ਪਾਰਟੀਆਂ ਆ ਸਾਰੇ ਹੀ ਹੋਣਗੇ, ਮਿਲ ਜੁਲ ਕੇ ਸਾਰੇ ਇਕੱਠੇ ਗਏ ਨਾ ਮੋਰਚੇ ਨੂੰ ਮਜ਼ਬੂਤ ਕਰਨ ਵਾਸਤੇ। ਬਿਲਕੁਲ ਗਏ ਜਦੋਂ ਉੱਥੇ ਜਾਂਦੇ ਆ ਉਦੋਂ ਪੋਲੀਟਿਕਸ ਦੀ ਗੱਲ ਨਹੀਂ ਕਰਦੇ, ਉਦੋਂ 3 ਬਿੱਲਾਂ ਦੀ ਗੱਲ ਕਰਦੇ ਆ। ਹਾਂਜੀ ਜਦੋਂ ਉਹ ਵਾਪਸ ਆ ਜਾਂਦੇ ਆ ਉਦੋਂ ਆਪਣੇ ਆਪਣੇ ਪਾਰਟੀ ਦੇ ਨਾਲ ਜੁੜ ਜਾਂਦੇ ਆ। ਠੀਕ ਆ, ਹੁਣ ਵੋਟਾਂ ਤੇ ਪੈਣੀਆਂ ਹੀ ਆ ਪੰਜਾਬ ਦੇ ਵਿੱਚ, ਉਹ ਤੇ ਪੈਣਗੀਆਂ ਹੀ। ਜਦੋਂ ਵੋਟਾਂ ਪੈਣੀਆਂ ਨੇ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ, ਵੋਟਾਂ ਪੀਣੇ ਬਗੈਰ ਤਾਂ ਫਿਰ ਗਵਰਨਰ ਰੂਲ ਲੱਗ ਜੂਗਾ, ਰਾਈਟ। ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਪੰਜਾਬ ਦੇ ਵਿੱਚ ਗਵਰਨਰ ਰੂਲ ਲੱਗ ਜੇ। ਅੱਗੇ ਹੀ ਆਰਮੀ ਨੇ 60% ਤੱਕ ਤੇ ਕਵਰ ਅਪ ਕਰ ਲਿਆ ਪੰਜਾਬ। ਤੁਸੀਂ ਕਸ਼ਮੀਰ, ਜੰਮੂ ਕਸ਼ਮੀਰ ਬਣਾਉਣਾ ਚਾਹੁੰਦੇ ਹੋ, ਤੁਹਾਡੇ ਹੱਥ 'ਚ ਹੈ ਵੀ ਜਿੱਥੇ ਲੋਕੀ ਸਾਹ ਵੀ ਨਾ ਲੈ ਸਕਣ ਆਪਣਾ। ਪਰ ਜੇ ਡੈਮੋਕ੍ਰੇਟਿਕ ਕੰਟਰੀ ਹੈ, ਜੇ ਵੋਟਾਂ ਹੋਣੀਆਂ ਆ ਇੱਥੇ, ਫਿਰ ਬੰਦਿਆਂ ਦੇ ਉੱਤੇ ਛੱਡੋ ਨਾ। ਫਿਰ ਤੁਸੀਂ ਕਿਉਂ ਕਹਿ ਰਹੇ ਹੋ BJP ਤੋਂ ਇਲਾਵਾ ਕਿਸੇ ਨੂੰ ਕਾਲੇ ਝੰਡੇ ਦਿਖਾਓ? ਕਿਉਂ ਕਹਿ ਰਹੇ ਹੋ ਕਿਸੇ ਨੂੰ? BJP ਦੇ ਨਾਲ ਸਾਡਾ ਵਿਰੋਧ ਹੈ ਇਸ ਟਾਈਮ ਦੇ ਉੱਤੇ। 3 ਬਿੱਲਾਂ ਦਾ ਸਾਡਾ ਵਿਰੋਧ ਹੈ, 3 ਬਿੱਲ ਰੱਦ ਕਰਾਉਣੇ ਅਸੀਂ। ਬਾਕੀ ਪਾਰਟੀਆਂ ਦੇ ਨਾਲ ਜੇ ਅਸੀਂ ਵਿਰੋਧ ਕਰਾਂਗੇ ਅੱਜ, ਸਾਰੇ ਲੋਕੀ, ਮੈਂ ਕਹਿੰਨੀ ਅੱਜ ਤੁਹਾਨੂੰ ਸੱਚ ਹੈ, ਸਾਰੇ ਲੋਕੀ ਇੱਕ ਨਾਲ ਜੁੜੇ ਹੋਏ ਆ, ਸਾਰੇ ਉੱਥੇ ਬੈਠੇ ਆ, ਉਹ ਫਿਰ ਉੱਠ ਕੇ ਆ ਜਾਣਗੇ, ਰਾਈਟ। ਕੋਈ ਨਾ ਕੋਈ ਤੇ ਕਿੰਨਾ ਜੁੜਿਆ, ਉਹ ਸਾਰੇ ਸਪੋਰਟ ਕਰ ਰਹੇ ਆ ਇੱਕ ਦੂਜੇ ਨੂੰ ਲੈ ਕੇ। ਜੇ ਤੁਸੀਂ ਇਸ ਚੀਜ਼ ਦੀ ਆਲੋਚਨਾ ਕਰਦੇ ਹੋ ਵੀ ਪਾਰਟੀਆਂ ਸਹੀ ਨਹੀਂ ਆ, ਮੈਂ ਤੁਹਾਨੂੰ ਅੱਗੇ ਹੀ ਕਿਹਾ ਵੀ ਪਾਰਟੀਆਂ ਦਾ ਕਸੂਰ ਨਹੀਂ, MLA ਦਾ ਕਸੂਰ ਨਹੀਂ, ਕਸੂਰ ਸਾਡਾ ਆ। ਤੁਹਾਡੀ ਇੱਕ ਸੁਣੀ ਜੀ, ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਤੁਸੀਂ ਸਟੇਜ ਤੋਂ ਕਿਹਾ ਸੀ ਵੀ ਮੈਂ ਅਗਰ ਕਿਸੇ ਪਾਰਟੀ 'ਚ ਜਾਂਦੀ ਹਾਂ ਤਾਂ ਮੈਂ ਮੋਰਚੇ ਦੀ ਗਦਾਰ ਹੋਊਂਗੀ। ਇਹ ਵੀਡੀਓ ਸੀ, ਉਹਦਾ ਸੱਚ ਕੀ ਆ? ਕੀ ਉਹ ਵੀਡੀਓ ਪ੍ਰਸੰਗ ਨਾਲ ਟੁੱਟੀ ਹੋਈ ਹੈ ਜਾਂ ਸੱਚੀ ਹੈ ਜਾਂ ਕੀ ਹੈ? ਵੇਖੋ ਜੀ, ਮੈਂ ਅੱਜ ਦਾ ਜਿਹੜਾ ਫੈਸਲਾ ਤੁਹਾਡਾ, ਮੈਂ ਤੁਹਾਨੂੰ ਇੱਕ ਗੱਲ ਕਹਿੰਦੀ ਹਾਂ ਕਿ ਮੈਂ ਉਸ ਵੀਡੀਓ ਦੇ ਵਿੱਚ ਬੋਲਿਆ ਸੀਗਾ, ਮੈਂ ਇਸ ਮੋਰਚੇ ਦੇ ਵਿੱਚ ਹੁੰਦਿਆਂ ਹੋਇਆਂ ਜੇ ਕਿਸੇ ਸਿਆਸੀ ਸਟੇਜ ਦੇ ਉੱਤੇ ਬੋਲੂੰਗੀ ਤੇ ਮੈਂ ਗੱਦਾਰ ਹੋਊਂਗੀ। ਇਸ ਮੋਰਚੇ ਦੇ ਵਿੱਚ ਹੁੰਦਿਆਂ ਹੋਇਆਂ ਕਿਸੇ ਸਿਆਸੀ ਸਟੇਜ ਦੇ ਉੱਤੇ ਜਾ ਕੇ ਬੋਲੂੰਗੀ ਤੇ ਮੈਂ ਗੱਦਾਰ ਹੋਊਂਗੀ। ਮੈਂ ਇਹ ਨਹੀਂ ਕਿਹਾ ਕਿ ਮੈਂ ਕਿਸੇ ਸਿਆਸੀ ਪਾਰਟੀ ਨੂੰ ਜੁਆਇਨ ਕਰਨ ਤੋਂ ਬਾਅਦ ਕਿਸੇ ਸਿਆਸੀ ਸਟੇਜ ਤੇ ਬੋਲੂੰਗੀ ਤੇ ਮੈਂ ਗੱਦਾਰ ਹੋਊਂਗੀ। ਜੇ ਮੈਂ ਮੋਰਚੇ ਦੇ ਵਿੱਚ ਹੁੰਦਿਆਂ ਹੋਇਆਂ, ਅੱਜ ਮੈਂ ਮੋਰਚੇ 'ਚ ਹਾਂ, ਅੱਜ ਮੈਂ ਕਿਸੇ ਪਾਰਟੀ ਨੂੰ ਨਹੀਂ ਬਿਲੋਂਗ ਕਰਦੀ, ਅੱਜ ਮੈਂ ਕਿਸੇ ਜਥੇਬੰਦੀ ਨੂੰ ਨਹੀਂ ਬਿਲੋਂਗ ਕਰਦੀ, ਅੱਜ ਜੇ ਮੈਂ ਜਾਵਾਂ ਕਿਸੇ ਸਿਆਸੀ ਸਟੇਜ ਦੇ ਉੱਤੇ ਕਿ ਮੈਨੂੰ ਬਾਦਲ ਸਾਹਿਬ ਸੱਦ ਲੈਣ ਜਾਂ ਫਿਰ ਮੈਨੂੰ, ਤੁਹਾਡਾ ਕਿਰਤੀ ਕਿਸਾਨ ਯੂਨੀਅਨ ਦੇ ਤੁਸੀਂ ਕਦੇ ਮੈਂਬਰ ਨਹੀਂ ਬਣੇ ਹੈਗੇ? ਵੇਖੋ ਮੇਰੀ ਗੱਲ ਸੁਣੋ, ਕਿਰਤੀ ਕਿਸਾਨ ਯੂਨੀਅਨ ਮੇਰੇ ਫਾਦਰ ਦੀ ਜਥੇਬੰਦੀ ਆ, ਠੀਕ ਆ। ਮੈਂ ਕਿਸੇ ਜਥੇਬੰਦੀ ਦੀ ਮੈਂਬਰ ਨਹੀਂ ਹੈਗੀ। ਅੱਛਾ ਜੀ, ਠੀਕ ਹੈ। ਮੇਰੀ ਆਪਣੀ ਸੋਚ ਹੈ, ਮੇਰੀ ਆਪਣੀ ਸੋਚ ਹੈ। ਮੈਂ ਕਿਸੇ ਵੀ ਜਥੇਬੰਦੀ ਦੀ ਮੈਂਬਰ ਨਹੀਂ ਗੀ ਰਾਈਟ ਨਾਓ। ਮੇਰੀ ਆਪਣੀ ਸੋਚ ਹੈ, ਮੈਂ ਆਪਣੀ ਸੋਚ ਦੇ ਅਕੋਰਡਿੰਗਲੀ ਚੱਲਦੀ ਹਾਂ। ਮੈਂ ਇਸ ਅੰਦੋਲਨ ਦੇ ਵਿੱਚ ਜਦੋਂ ਛੋਟੇ ਛੋਟੇ ਮੋਰਚੇ ਲੱਗੇ ਸੀਗੇ ਪਿੰਡਾਂ ਦੇ ਵਿੱਚ, ਲੋਕਡਾਊਨ ਦਾ ਮੈਨੂੰ ਯਾਦ ਆ ਅੱਜ ਵੀ, ਲੋਕਡਾਊਨ ਤੋਂ ਜਦੋਂ ਚੱਲੇ ਸੀਗੇ ਅਸੀਂ, ਮੇਰੇ ਪਾਪਾ ਦੀ ਪਾਰਟੀ ਦੇ ਵਿੱਚ ਜਤਿੰਦਰ ਅੰਕਲ ਨੇ, ਜਤਿੰਦਰ ਸ਼ੀਨਾ ਅੰਕਲ, ਉਹ ਇੱਕ ਮੋਰਚੇ ਦੇ ਉੱਤੇ ਖੜੇ ਸੀਗੇ ਰਾਜਸਥਾਨੀ ਲਾਗੇ। ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣ ਵਾਸਤੇ ਉਤਰੀ ਸੀਗੀ। ਉਹਨਾਂ ਨੇ ਮੈਨੂੰ ਕਿਹਾ, ਪੁੱਤ 3 ਬਿੱਲ ਪੜ੍ਹੀ ਤੇ ਆਪਣੇ ਸੋਸ਼ਲ ਮੀਡੀਆ ਤੇ ਵੀ ਪਾਈ ਵੀ ਇਹ ਸਾਡੇ ਵਾਸਤੇ ਸਹੀ ਨਹੀਂ ਗੇ। ਮੈਂ ਉਹ ਪੜ੍ਹੇ, ਮੈਂ ਅਗਲੇ ਦਿਨ ਗਈ, ਮੈਂ ਉੱਥੇ ਜਾ ਕੇ, ਮੈਨੂੰ ਸਪੀਚ ਵੀ ਨਹੀਂ ਦੇਣੀ ਆਉਂਦੀ ਸੀਗੀ, ਮੈਂ ਤੁਹਾਨੂੰ ਅੱਗੇ ਗੱਲ ਦੱਸਾਂ। ਮੈਂ ਉਹ 3 ਬਿੱਲਾਂ ਬਾਰੇ ਬੋਲਿਆ ਵੀ ਸਹੀ ਨਹੀਂ ਹੈਗੇ, ਸਾਰਿਆਂ ਨੂੰ ਜੁੜਨਾ ਚਾਹੀਦਾ ਆ। ਫਿਰ ਸਾਡੇ ਕਲਾਕਾਰ ਜੁੜੇ, ਕਲਾਕਾਰਾਂ ਨਾਲ ਯੂਥ ਵੀ ਆਉਣਾ ਸ਼ੁਰੂ ਹੋਇਆ। ਕਲਾਕਾਰਾਂ ਦਾ ਬਹੁਤ ਵੱਡਾ ਯੋਗਦਾਨ ਆ, ਠੀਕ ਆ, ਵਿਅਕਤੀਗਤ ਰੂਪ ਦੇ ਵਿੱਚ ਸਾਰਿਆਂ ਦਾ। ਫਿਰ ਗਾਣੇ ਬਣੇ ਅੰਦੋਲਨ ਦੇ ਉੱਤੇ, ਸਾਰਾ ਕੁਛ ਹੋਇਆ, ਬਹੁਤ ਵਧੀਆ ਚੀਜ਼ ਆ, ਸਾਰੀ ਗੱਲ ਵਧੀਆ ਆ, ਹੈ ਨਾ, ਸਾਰਾ ਕੁਛ ਵਧੀਆ ਹੋਇਆ। ਤੇ ਇਸ ਮੋਰਚੇ ਦੇ ਵਿੱਚ, ਇਸ ਅੰਦੋਲਨ ਦੇ ਵਿੱਚ ਸਾਰਿਆਂ ਦਾ ਇਕੁਅਲ ਪਾਰਟੀਸਪੇਟ ਆ। ਇਹ ਨਹੀਂ ਅਸੀਂ ਕਹਿ ਸਕਦੇ, ਸਾਰਿਆਂ ਦਾ ਇਕੁਅਲ ਪਾਰਟੀਸਪੇਟ ਆ, ਸਾਰਿਆਂ ਨੇ ਯੋਗਦਾਨ ਦਿੱਤਾ ਆ। ਸਾਰੇ ਚਾਹੁੰਦੇ ਆ ਕਿ 3 ਬਿੱਲ ਰੱਦ ਹੋਣ, ਕਿ ਅਸੀਂ ਵਾਪਸ ਆਈਏ। ਸਾਡੀ ਇਹੋ ਮੰਗ ਆ, ਨਾ ਤੇ ਸਾਡੀ ਕਿਸੇ ਨੂੰ ਕੁੱਟ ਮਾਰ ਦੀ ਮੰਗ ਹੈ ਵੀ ਅਸੀਂ ਕਿਸੇ ਨੂੰ ਕੁੱਟੀਏ, ਮਾਰੀਏ, ਕਿਸੇ ਦੀਆਂ ਗੱਡੀਆਂ ਤੋੜੀਏ, ਕੁਛ ਕਰੀਏ, ਇਹ ਸਾਡੀ ਮੰਗ ਨਹੀਂ ਹੈ ਤੇ ਨਾ ਹੀ ਸਾਡੀ ਮੰਗ ਸੀਗੀ। ਇਹ ਮੈਨੂੰ ਨਹੀਂ ਸਮਝ ਲੱਗ ਰਹੀ ਕਿ ਮੋਰਚੇ ਦੇ ਵਿੱਚ ਕੱਟੜਤਾ ਕਿੱਥੋਂ ਆ ਰਹੀ ਹੈ, ਇਹ ਕੌਣ ਫੈਲਾ ਰਿਹਾ ਹੈ ਕੱਟੜਤਾ, ਕੌਣ ਵਾਇਲੈਂਸ ਕ੍ਰੀਏਟ ਕਰ ਰਿਹਾ ਹੈ। ਇਹ ਇੱਕ ਦੂਜੇ ਨੂੰ ਭਰਾ ਮਾਰ ਰਿਹਾ ਹੈ, ਇੱਕ ਦੂਜੇ ਨੂੰ, ਤੁਸੀਂ ਪੰਜਾਬ 'ਚ ਇੱਕ ਦੂਜੇ ਨਾਲ ਲੜੀ ਜਾਓਗੇ, ਮੋਰਚਾ ਕਿਵੇਂ ਫਤਿਹ ਕਰੋਗੇ ਬਾਈ ਤੁਸੀਂ? ਪੰਜਾਬ ਦੇ ਵਿੱਚ, ਮੇਰੀ ਬਸ ਇੱਕ ਗੱਲ ਕਹਿਣਾ ਚਾਹੁੰਦੀ ਹਾਂ, ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਯੂਪੀ ਦੇ ਵਿੱਚ ਜੇ ਕੋਈ BJP ਦਾ ਲੀਡਰ ਹੈ, ਉਹਦਾ ਕਾਲੇ ਝੰਡੇ ਵਿਖਾ ਕੇ ਵਿਰੋਧ ਹੈ BJP ਦਾ, ਓਨਲੀ BJP ਦਾ, ਨਾ ਕਾਂਗਰਸ ਦਾ ਆ, ਨਾ ਝਾੜੂ ਵਾਲਿਆਂ ਦਾ ਆ,
ਨਾ ਅਕਾਲੀ ਦਲ ਦਾ, ਕਿਸੇ ਦਾ ਨਹੀਂ ਆ, ਸਿਰਫ ਬੀਜੇਪੀ ਦਾ ਵਿਰੋਧ ਆ ਆਪਾਂ। ਬਾਕੀ ਨੂੰ ਸਵਾਲ ਪੁੱਛਣ ਦਾ ਵੀ ਹੈਗਾ ਉਹਨਾਂ ਦਾ, ਵੀ ਬਾਕੀ ਨੂੰ ਸਵਾਲ ਪੁੱਛਣੇ ਆ, ਵਿਰੋਧ ਨਹੀਂ ਕਰਨਾ। ਦੇਖੋ ਸਵਾਲ ਕੀ ਪੁੱਛਣੇ ਆ, ਕੀ ਸਵਾਲ ਪੁੱਛਾਂਗੇ ਆਪਾਂ? ਸਵਾਲ ਤੇ ਆਪਾਂ ਪਹਿਲਾਂ ਵੀ ਪੁੱਛ ਸਕਦੇ ਸੀਗੇ। ਅੱਜ ਆਪਾਂ ਨੂੰ ਇਸ ਟਾਈਮ ਦੇ ਉੱਤੇ ਸਾਰਿਆਂ ਦੀ ਲੋੜ ਆ ਕਿ ਸਾਡੇ ਨਾਲ ਸਾਰੇ ਚੱਲਣ। ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ, ਉਸ ਮੋਰਚੇ ਦੇ ਉੱਤੇ ਜਿਹੜੇ ਕਿਸਾਨ ਬੈਠੇ ਆ, ਜਿਹੜੇ ਲੋਕੀ ਬੈਠੇ ਆ, ਉਹ 'ਚ ਕਾਂਗਰਸੀ ਵੀ ਬੈਠੇ ਆ, ਉਹ 'ਚ ਅਕਾਲੀ ਵੀ ਬੈਠੇ ਆ, ਉਹ 'ਚ ਝਾੜੂ ਵਾਲੇ ਵੀ ਬੈਠੇ ਆ, ਉਹ 'ਚ ਕਮਿਊਨਿਸਟ ਵੀ ਬੈਠੇ, ਉਹ 'ਤੇ ਸਾਰੇ ਬੈਠੇ ਆ। ਬਟ ਉਹ ਆਪਣੇ ਸਾਰੇ ਪਾਰਟੀਬਾਜ਼ੀ ਦੇ ਝੰਡੇ ਛੱਡ ਕੇ ਇੱਕ ਕਿਸਾਨੀ ਝੰਡੇ ਥੱਲੇ ਬੈਠੇ ਆ। ਠੀਕ ਹੈ, ਤੁਸੀਂ ਉਹਨਾਂ ਨੂੰ ਹੀ ਆਪਸ 'ਚ ਹੀ ਕੁਐਸਚਨ ਕਰੋ। ਆਪਾਂ ਜੇ ਆਪਸ 'ਚ ਹੀ ਕੁਐਸਚਨ ਕਰਾਂਗੇ, ਆਪਸ 'ਚ ਹੀ ਲੜ ਮਰਾਂਗੇ, ਤੇ ਫਿਰ ਆਪਾਂ 3 ਬਿੱਲਾਂ ਦੀ ਗੱਲ ਕਦੋਂ ਕਰਾਂਗੇ ਬਾਈ? 3 ਬਿੱਲਾਂ ਵਾਸਤੇ ਗਏ ਆ ਨਾ ਰਾਈਟ ਨਾਓ। ਸਾਡਾ ਫੋਕਸ ਇੱਕ ਚੀਜ਼ ਦੇ ਉੱਤੇ ਹੋਣਾ ਚਾਹੀਦਾ ਆ, ਇੱਕੋ ਚੀਜ਼ ਦੇ ਉੱਤੇ, ਇੱਕ ਟਾਈਮ ਦੇ ਉੱਤੇ ਇੱਕ ਟੀਚਾ ਜਿਹੜਾ ਫਤਿਹ ਕਰ ਲਓ, ਉਸ ਤੋਂ ਬਾਅਦ ਦੂਜੇ ਤੇ ਆਓ। ਜੇ ਪਾਰਟੀਬਾਜ਼ੀਆਂ ਤੋਂ ਤੁਹਾਨੂੰ ਇੰਨੀ ਜ਼ਿਆਦਾ ਪ੍ਰੋਬਲਮ ਆ, ਮੈਂ ਤੁਹਾਨੂੰ ਉਹੀ ਕਿਹਾ, ਆਪਾਂ ਨੂੰ ਪਾਰਟੀਬਾਜ਼ੀਆਂ ਤੋਂ ਪ੍ਰੋਬਲਮ ਨਹੀਂ, ਆਪਾਂ ਨੂੰ ਆਪਣੇ ਆਪ ਤੇ ਵਿਅਕਤੀਗਤ ਰੂਪ ਦੇ ਉੱਤੇ ਪ੍ਰੋਬਲਮ ਹੋਣੀ ਚਾਹੀਦੀ ਹੈ। ਹਰ ਇੱਕ ਬੰਦੇ ਨੂੰ ਐਲਨਾਬਾਦ ਦੀ ਇਲੈਕਸ਼ਨ ਜਾ ਕੇ ਦੇਖ ਕੇ ਆਈ ਹਾਂ, ਸੱਚਾਈ ਪਤਾ ਹੈ ਕਿਸੇ ਨੂੰ ਐਲਨਾਬਾਦ ਦੀ ਇਲੈਕਸ਼ਨ ਦੀ ਗਰਾਊਂਡ ਦੀ? ਮੈਨੂੰ ਪਤਾ ਆ, ਮੈਂ ਉੱਥੇ ਗਈ ਸੀਗੀ। ਇੱਕ ਬੰਦੇ ਨੇ ਅਸਤੀਫਾ ਦਿੱਤਾ ਕਿਸਾਨੀ ਹੱਕ ਦੇ ਵਿੱਚ, ਠੀਕ ਹੈ, ਉਹ ਬੰਦੇ ਨੂੰ ਤੇ ਘਰ ਬਹਿ ਜਾਣਾ ਚਾਹੀਦਾ ਆ, ਲੋਕਾਂ ਨੂੰ ਖੁਦ ਜਤਾਉਣਾ ਚਾਹੀਦਾ ਆ। ਅਸਤੀਫਾ ਦੇਣਾ ਕੋਈ ਸੌਖੀ ਗੱਲ ਨਹੀਂ ਹੁੰਦੀ। ਤੁਸੀਂ ਕਹੋਗੇ ਅਬੇ ਚੌਟਾਲਾ ਦੀ ਸਾਈਡ ਦੇਣੀ ਹੈ, ਮੈਂ ਕਹਿੰਦੀ ਅਬੇ ਚੌਟਾਲਾ ਛੱਡ ਕੇ ਕਿਸੇ ਹੋਰ ਨੇ ਵੀ ਅਸਤੀਫਾ ਦਿੱਤਾ ਹੁੰਦਾ ਕਿਸਾਨੀ ਹੱਕ ਦੇ ਵਿੱਚ, ਸੋਨੀਆ ਮਾਨ ਉੱਥੇ ਵੀ ਜਾਂਦੀ, ਭਾਵੇਂ ਉਹ ਕਾਂਗਰਸ ਦਾ ਹੁੰਦਾ, ਭਾਵੇਂ ਉਹ ਕੋਈ ਵੀ ਹੁੰਦਾ, ਕਿਉਂਕਿ ਸਾਡਾ ਫਰਜ਼ ਬਣਦਾ ਜੋ ਸਾਡੀ ਕਿਸਾਨੀ ਵਾਸਤੇ ਅੱਗੇ ਆਇਆ ਅਸੀਂ ਉਹਦਾ ਸਾਥ ਦਈਏ। ਬਾਈ ਇਲੈਕਸ਼ਨਸ ਹੋਈਆਂ, ਉਹਨਾਂ ਨੂੰ ਤੇ ਘਰ ਬਹਿ ਜਾਣਾ ਚਾਹੀਦਾ, ਇਲੈਕਸ਼ਨ ਜਿੱਤ ਜਾਣਾ ਚਾਹੀਦਾ ਸੀਗਾ। ਸੱਚਾਈ ਇਹ ਹੈ ਕਿ ਉੱਥੇ ਪਿੰਡਾਂ ਦੇ ਵਿੱਚ ਜਾ ਕੇ ਹੱਥ ਜੋੜ ਕੇ ਲੋਕਾਂ ਨੂੰ ਕਿਹਾ, ਬਾਈ ਬੀਜੇਪੀ ਜੇਜੇਪੀ ਨੂੰ ਵੋਟ ਨਾ ਪਾਇਓ, ਐਰਕੀ ਕਿਸਾਨਾਂ ਨੂੰ ਜਿਤਾਇਓ। ਠੀਕ ਹੈ, ਕਿਸਾਨਾਂ ਦੀ ਜਿੱਤ ਕਿਹ 'ਚ ਸੀਗੀ? ਜਿਹੜਾ ਬੰਦੇ ਨੇ ਅਸਤੀਫਾ ਦਿੱਤਾ ਉਹਦੀ ਜਿੱਤ ਦੇ ਵਿੱਚ ਸੀਗੀ। ਠੀਕ ਹੈ, ਉੱਥੇ ਕਾਂਗਰਸ ਵਾਲਿਆਂ ਨੇ ਵੀ, ਕਾਂਗਰਸ ਵਾਲੇ ਜਿੰਨੇ ਲੋਕੀ ਸੀਗੇ, ਅਸੀਂ ਕਿਹਾ ਵੀ ਜੇ ਤੁਸੀਂ ਕਾਂਗਰਸ ਨੂੰ ਵੋਟ ਪਾਓਗੇ, ਵਾਇਆ ਤੁਸੀਂ ਬੀਜੇਪੀ ਨੂੰ ਹੀ ਪਾ ਰਹੇ ਹੋ, ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਬੀਜੇਪੀ ਦਾ ਉੱਥੇ ਸਰਕਾਰ ਸੀਗੀ। ਬਾਈ ਇਲੈਕਸ਼ਨ ਦੇ ਵਿੱਚ ਪੂਰਾ ਜ਼ੋਰ ਲੱਗਾ ਹੋਇਆ ਸੀਗਾ, ਜਿਹੜਾ ਕੈਂਡੀਡੇਟ ਖੜਾ ਸੀਗਾ ਉਹਨੂੰ ਮੋਦੀ ਪਿਛਲੀ ਵਾਰੀ ਆ ਕੇ ਪ੍ਰਮੋਟ ਕਰਕੇ ਗਿਆ ਸੀਗਾ, ਰਾਈਟ। ਉਹਨਾਂ ਨੇ ਪੂਰਾ ਪੈਸਾ ਲਾਇਆ ਹੋਇਆ ਸੀਗਾ ਉੱਥੇ। ਉਸ ਇਲੈਕਸ਼ਨ ਦੇ ਵਿੱਚ ਜਿਹੜੀਆਂ ਵੋਟਾਂ ਆ 2500 3000 ਤੋਂ ਉੱਤੇ ਵਿਕੀਆਂ ਨੇ ਇੱਕ ਵੋਟ। ਤੁਸੀਂ ਕਹਿੰਦੇ ਹੋ ਵੀ ਇੱਥੇ ਕਿਸਾਨੀ ਅੰਦੋਲਨ ਦਾ ਕੀ ਪ੍ਰਭਾਵ ਪਿਆ ਬਈ ਉੱਥੇ? ਜੇ ਅੱਜ ਉਹਨਾਂ ਨੇ ਵੀ ਇਕੁਅਲੀ ਪੈਸੇ ਨਾ ਖਰਚੇ ਹੁੰਦੇ, ਜਾਂ ਲੋਕਾਂ ਦੇ ਵਿੱਚ ਜਾ ਕੇ ਨਾ ਬੋਲਿਆ ਹੁੰਦਾ, ਜਿਹੜੇ ਲੋਕਾਂ ਨੇ ਆਪਣੇ ਈਮਾਨ ਤੇ ਆਪਣੇ ਜ਼ਮੀਰ ਵੇਚ ਚੁੱਕੇ ਨੇ ਪੈਸੇ ਪਿੱਛੇ, ਜਿਨ੍ਹਾਂ ਤੇ ਮੈਨੂੰ ਗੁੱਸਾ ਚੜ੍ਹਦਾ, ਜਿੱਤੋਂ ਮੈਂ ਤੁਹਾਨੂੰ ਕਹਿੰਦੀ ਪਈ ਆ ਵੀ ਪਾਰਟੀਆਂ ਦਾ ਕਸੂਰ ਨਹੀਂ, ਐਮਐਲਏ ਦਾ ਕਸੂਰ ਨਹੀਂ, ਆਪਣਾ ਕਸੂਰ ਆ। ਉਹ ਲੋਕਾਂ ਦਾ ਕਸੂਰ ਆ ਜਿਹੜੇ ਸ਼ਰਾਬ ਦੀ ਬੋਤਲ ਪਿੱਛੇ, ਜਿਹੜੇ 3000 ਪਿੱਛੇ, ਜਿਹੜੇ ਇੱਕ ਆਪਣੇ ਕੰਮ ਪਿੱਛੇ, ਜਿਹੜੇ ਕਰੋੜਾਂ ਰੁਪਈਆਂ ਪਿੱਛੇ ਵਿਕ ਜਾਂਦੇ ਨੇ, ਆਪਣਾ ਜ਼ਮੀਰ ਵੇਚ ਦਿੰਦੇ ਨੇ। ਠੀਕ ਆ, ਉਹਨਾਂ ਲੋਕਾਂ ਦੀ ਵਜ੍ਹਾ ਕਰਕੇ 7000 ਵੋਟ ਕੁਛ ਵੀ ਨਹੀਂ ਹੁੰਦੀ ਬਈ। 7000 ਵੋਟ ਤੇ ਜਿੱਤੇ ਹੋ। 7000 ਵੋਟ ਜੇ ਨਾ ਪੈਂਦੀ, ਕਿਹਦੀ ਹਾਰ ਸੀਗੀ? ਅਬੇ ਚੌਟਾਲਾ ਦੀ ਹਾਰ ਨਹੀਂ ਸੀਗੀ, ਕਿਸਾਨਾਂ ਦੀ ਹਾਰ ਸੀਗੀ, ਕਿਉਂਕਿ ਸੈਕਿੰਡ ਨੰਬਰ ਤੇ ਬੀਜੇਪੀ ਆਈ ਆ। ਸੈਕਿੰਡ ਨੰਬਰ ਤੇ ਉਹ ਵੀ ਹਰਿਆਣੇ ਦੇ ਵਿੱਚ, ਜਿੱਥੇ ਸਭ ਤੋਂ ਜ਼ਿਆਦਾ ਇਸ ਟਾਈਮ ਤੇ ਭਖ ਰਿਹਾ ਹੈ ਅੰਦੋਲਨ। ਉੱਥੇ ਪੂਰੇ ਹਰਿਆਣੇ ਦੇ ਕਿਸਾਨ ਅਸੀਂ ਸਾਰੇ ਮਿਲ ਕੇ, ਮੈਂ ਵੀ ਇੱਥੋਂ ਗਈ ਸੀਗੀ, ਮੈਂ ਤੁਹਾਨੂੰ ਕਹਿ ਰਹੀ ਭਾਵੇਂ ਜਿਹੜਾ ਮਰਜ਼ੀ ਹੁੰਦਾ ਮੈਂ ਉੱਥੇ ਜਾਂਦੀ। ਬਟ ਇਹਦੇ ਵਿੱਚ ਆਪਾਂ ਵੇਖੀਏ, ਸ਼ਾਇਦ ਇਹਨਾਂ ਗੱਲਾਂ ਨੂੰ ਆਧਾਰ ਬਣਾ ਕੇ ਨਵਜੋਤ ਸਿੰਘ ਸਿੱਧੂ ਜੀ ਦੀ ਵਾਈਫ ਨੇ ਵੀ ਅੱਜ ਸਵਾਲ ਉਠਾਇਆ ਵੀ ਇਹ ਸਿਰਫ ਕਿਸਾਨੀ ਮੋਰਚੇ ਦੇ ਵਿੱਚ ਕੋਈ ਕਮਾਈ ਕਰਨੀ, ਆਪਣੀ ਰਾਜਨੀਤਿਕ ਕਮਾਈ ਕਰਨ ਗਏ ਆ, ਤੁਹਾਡੇ ਤੇ ਅਟੈਕ ਕੀਤਾ ਉਹਨਾਂ ਨੇ। ਵੇਖੋ ਮੈਂ ਰਾਜਨੀਤਿਕ ਤੇ ਨਹੀਂ ਰਾਈਟ ਨਾਓ, ਪਰ ਮੈਨੂੰ ਰਿਸਪੈਕਟ ਕਰਨੀ ਆਉਂਦੀ ਹੈ ਸਾਰਿਆਂ ਦੀ, ਮੈਂ ਰਿਸਪੈਕਟ ਕਰਦੀ ਹਾਂ। ਅਤੇ ਮੈਂ ਮਾਤਾ ਜੀ ਨੂੰ ਇਹ ਗੱਲ ਕਹਿਣਾ ਚਾਹੁੰਦੀ ਹਾਂ ਵੀ ਤੁਹਾਡੇ ਅੱਗੇ ਤੁਸੀਂ ਜੋ ਵੀ ਮੇਰੇ ਬਾਰੇ ਕੰਸਰਨ ਵਿਖਾਇਆ ਹੈ ਨਾ, ਥੈਂਕ ਯੂ ਸੋ ਮਚ। ਬਾਕੀ ਇਹ ਗੱਲ ਹਮੇਸ਼ਾ ਸੋਚਿਓ ਵੀ ਤੁਹਾਡੇ ਘਰ ਵੀ ਧੀ ਹੈਗੀ ਆ, ਮੈਂ ਵੀ ਕਿਸੇ ਦੀ ਧੀ ਹਾਂ। ਤੁਸੀਂ ਮੇਰੇ ਉੱਤੇ ਆਲੋਚਨਾ ਕਰਨ ਤੋਂ ਪਹਿਲਾਂ ਆਪਣੀ ਧੀ ਬਾਰੇ ਵੀ ਜ਼ਰੂਰ ਸੋਚਿਓ, ਬਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ। ਬਾਕੀ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜਾਣਦਾ ਆ, ਮੈਨੂੰ ਕਿਸੇ ਨੂੰ ਐਕਸਪਲੇਨੇਸ਼ਨ ਦੇਣ ਦੀ ਲੋੜ ਨਹੀਂ। ਮੈਂ ਆਪਣੇ ਕਰਮ ਕਮਾ ਰਹੀ ਹਾਂ, ਉਹ ਆਪਣੇ ਕਮਾ ਰਹੇ ਨੇ, ਮੈਂ ਉਹਨਾਂ ਦੀ ਰਿਸਪੈਕਟ ਕਰਦੀ ਹਾਂ, ਮੈਂ ਸਾਰਿਆਂ ਦੀ ਰਿਸਪੈਕਟ ਕਰਦੀ ਹਾਂ। ਮੈਂ ਆਪਣੇ ਮੂੰਹ 'ਚੋਂ ਗੰਦੀ ਸ਼ਬਦਾਵਲੀ ਕਿਸੇ ਵਾਸਤੇ ਕਿਉਂ ਵਰਤਾਂ, ਮੈਂ ਆਪਣੇ ਆਪ ਨੂੰ ਕਿਉਂ ਖਰਾਬ ਕਰਾਂ, ਉਹ ਵਾਹਿਗੁਰੂ ਜਾਣਦਾ ਨਾ। ਇਸ ਕਰਕੇ ਉਹਨਾਂ 'ਤੇ ਛੱਡੋ। ਬਸ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ
ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਆ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਨ। ਮਤਲਬ ਕਿਸੇ ਔਰਤ ਦੀ ਆਲੋਚਨਾ ਨਹੀਂ ਮੈਂ ਨਹੀਂ ਕਰ ਸਕਦੀ। ਮੈਂ ਸਿੱਧੀ ਗੱਲ, ਭਾਵੇਂ ਮੈਂ ਰੂਸਾ ਜੀ ਵਾਸਤੇ ਪੋਸਟ ਪਾਈ, ਮੈਂ ਕਿਸੇ ਵਾਸਤੇ ਵੀ, ਮੇਰਾ ਕਿਸੇ ਨਾਲ ਕੋਈ ਸੰਬੰਧ ਨਹੀਂ, ਪਰ ਮੈਂ ਉਹਨਾਂ ਦੀ ਵੀ ਬੇਟੀ ਆ। ਬਸ ਮੈਂ ਇਹ ਕਹਿਣਾ ਚਾਹੁੰਦੀ ਤੁਹਾਡੀ ਬੇਟੀ ਆ ਘਰ, ਇਹ ਸੋਚੋ ਵੀ ਦੂਜੀ ਵੀ ਕਿਸੇ ਦੀ ਬੇਟੀ ਆ। ਬਸ ਮੈਂ ਹੋਰ ਕੁਛ ਨਹੀਂ ਕਹਿਣਾ ਚਾਹੁੰਦੀ। ਹੁਣ ਅਸੀਂ ਆਸ ਕਰੀਏ ਕਿ ਜਦ ਤੱਕ ਕਿਸਾਨ ਮੋਰਚਾ ਚੱਲ ਰਿਹਾ ਸੋਨੀਆ ਜੀ ਕਿਸੇ ਸਿਆਸੀ ਪਾਰਟੀ ਦਾ ਮੈਂਬਰ ਨਹੀਂ ਬਣਨਗੇ। ਵੇਖੋ ਮੈਨੂੰ ਨਹੀਂ ਪਤਾ ਇਹ ਗੱਲ, ਮੈਂ ਤੁਹਾਨੂੰ ਉਹੀ ਗੱਲ ਕਹੀ ਆ। ਮੈਂ ਲੋਕਾਂ ਦਾ ਚੰਗਾ ਸੋਚਣਾ ਚਾਹੁੰਦੀ ਹਾਂ, ਲੋਕਾਂ ਵਾਸਤੇ ਸੋਚਣਾ ਚਾਹੁੰਦੀ ਹਾਂ। ਮੈਨੂੰ ਪੈਸੇ ਦਾ ਕੋਈ ਲਾਲਚ ਨਹੀਂ ਤੇ ਮੈਂ ਫਿਲਮਾਂ ਜਾ ਕੇ ਕਰਾਂ, ਮੈਂ ਬੰਬੇ ਸ਼ਿਫਟ ਹੋ ਜਾ। ਜਿਵੇਂ ਸੀਗੀ ਮੈਂ ਬੰਬੇ ਛੱਡ ਕੇ ਇੱਥੇ ਆਈ ਹਾਂ, ਰਾਈਟ। ਸੋਨੀਆ ਮਾਨ ਦੀ RTI ਰਿਪੋਰਟ ਕਢਾਈ ਜਾਵੇ, ਜੇ ਮੈਂ MLA ਬਣ ਵੀ ਜਾਂਦੀ ਹਾਂ, ਜੇ ਮੈਂ ਕੁਛ ਵੀ ਕਰਦੀ ਹਾਂ, ਮੈਂ ਤੇ ਅੱਜ ਤੁਹਾਨੂੰ ਆਹ ਸਟੇਟਮੈਂਟ ਦੇ ਰਹੀ ਹਾਂ, ਰਾਈਟ। ਜਿਵੇਂ ਬਾਕੀ MLA ਦੀਆਂ ਕਢਾਉਣ, ਮੈਂ ਤੇ ਕਹਿੰਦੀ ਹਾਂ ਪੰਜਾਬ ਦੇ ਵਿੱਚ ਸਾਰਿਆਂ ਦੀ ਕਢਾਉਣ, 15 ਸਾਲਾਂ ਦੀਆਂ ਕਢਾਉਣ, ਦੇਖਣ ਉਹਨਾਂ ਦੇ ਕੋਲ ਕੀ ਆ। ਮੈਂ ਤੇ ਕਿਹਦੇ ਲਈ ਬਣਾਉਣਾ ਆ? ਮੇਰੀ ਮਾਂ ਤੇ ਮੈਂ ਆ, ਰਾਈਟ। ਮੇਰਾ ਕਿਹੜਾ ਕੋਈ ਭੈਣ ਭਰਾ ਆ? ਮੈਨੂੰ ਵਾਹਿਗੁਰੂ ਨੇ ਦਿੱਤਾ ਹੋਇਆ ਸਭ ਕੁਛ ਆ, ਬਟ ਮੇਰੀ ਸੋਚ ਆ ਚੰਗੇ ਸਮਾਜ ਨੂੰ ਸਿਰਜਣ ਦੀ, ਚੰਗੇ ਲੋਕਾਂ ਨੂੰ ਸਿੱਖਿਆ ਦੇਣ ਦੀ, ਐਜੂਕੇਸ਼ਨ ਪ੍ਰਮੋਟ ਕਰਨ ਦੀ। ਪੰਜਾਬ ਦੇ ਵਿੱਚ ਮੈਂ ਚਾਹੁੰਦੀ ਹਾਂ ਕਿ ਪ੍ਰਾਈਵੇਟ ਸਕੂਲ ਵਰਗੇ ਹੀ ਗਵਰਨਮੈਂਟ ਸਕੂਲਸ ਹੋਣ। ਸੋ ਮੈਨੂੰ ਉਹ ਸਾਰੇ, ਮੈਂ ਚਾਹੁੰਦੀ ਹਾਂ ਕਿ ਪੰਜਾਬ ਦੀ ਅਨਇੰਪਲੋਇਮੈਂਟ ਦੂਰ ਹੋਵੇ। ਮੈਂ ਚਾਹੁੰਦੀ ਹਾਂ, ਕਿਉਂਕਿ ਮੈਂ ਉਸ ਯੂਥ 'ਚ ਆਉਂਦੀ ਹਾਂ ਜਦੋਂ ਸਾਡੇ ਕੋਲ 12th ਪਾਸ ਕਰਨ ਤੋਂ ਬਾਅਦ ਸਾਡੇ ਕੋਲ ਇੱਥੇ ਕੋਈ ਆਪਸ਼ਨ ਨਹੀਂ ਰਹਿੰਦੀ, ਅਸੀਂ IELTS ਕਰਕੇ ਬਾਹਰ ਜਾਂਦੇ ਹਾਂ। ਉੱਥੇ ਮੈਂ ਬੱਚੇ ਧੱਕੇ ਖਾਂਦੇ ਹੋਏ ਦੇਖੇ ਨੇ ਬਾਹਰ, ਠੰਡ ਦੇ ਵਿੱਚ ਵੇਖੇ ਫੀਸਾਂ ਕਿਵੇਂ ਕੱਢਦੇ, ਆਪਣਾ ਸਾਰਾ ਕੁਛ ਕਿਵੇਂ ਕੱਢਦੇ ਆ। ਮੈਂ ਚਾਹੁੰਦੀ ਹਾਂ ਕਿ ਉਹ ਆਪਣੇ ਮਾਂ ਪਿਓ ਤੋਂ ਦੂਰ ਨਾ ਹੋਣ, ਉਹ ਆਪਣੇ ਮਾਂ ਪਿਓ ਦੇ ਕੋਲ ਰਹਿਣ, ਕਿਉਂਕਿ ਮੈਂ ਇਹ ਦਰਦ ਸਮਝ ਸਕਦੀ ਹਾਂ ਪਿਓ ਤੋਂ ਦੂਰ ਹੋਣਾ ਕੀ ਹੁੰਦਾ ਆ। ਇਸ ਕਰਕੇ ਮੈਂ ਕਹਿੰਦੀ ਹਰ ਕੋਈ ਬੱਚਾ ਆਪਣੇ ਮਾਂ ਪਿਓ ਦੇ ਕੋਲ ਰਵੇ, ਉਹ ਇੱਥੇ ਰਵੇ, ਇੱਥੇ ਇੰਪਲੋਇਮੈਂਟ ਮਿਲੇ, ਇੱਥੇ ਸਾਰਾ ਕੁਛ। ਸਾਡਾ ਪੰਜਾਬ ਜਿਹੋ ਜਿਹਾ ਪਹਿਲੋਂ ਹੁੰਦਾ ਸੀਗਾ ਉਹੋ ਜਿਹਾ ਹੋਣਾ ਚਾਹੀਦਾ ਆ। ਮਤਲਬ ਪੰਜਾਬ ਦਾ ਜਿਹੜਾ ਝੂਠੇ ਵਾਅਦੇ ਨਾ ਕਰਨ ਇਹ ਸਾਰੇ ਜਾਣੇ। ਪੰਜਾਬ 'ਤੇ ਇੰਨੇ 1000 ਕਰੋੜ ਦਾ ਕਰਜ਼ਾ ਆ, ਉਹਦਾ ਇੰਨਾ ਵਿਆਜ ਦੇ ਰਿਹਾ, ਫਿਰ ਝੂਠੇ ਵਾਅਦੇ ਕਰੀ ਜਾ ਰਹੇ ਨੇ ਵੀ ਅਸੀਂ ਨੌਕਰੀਆਂ ਦੇ ਦਾਂਗੇ, ਅਸੀਂ ਕਰ ਦਾਂਗੇ। ਸੱਚ ਬੋਲੋ ਨਾ ਬਾਈ, ਅਸੀਂ ਸਮਝਣ ਲਈ ਰੈਡੀ ਹਾਂ। ਸੱਚ ਬੋਲੋ ਵੀ ਸਾਡੇ ਪੰਜਾਬ 'ਤੇ ਕਰਜ਼ਾ, ਅਸੀਂ ਮਿਲ ਜੁਲ ਕੇ ਲਾ ਲਾਂਗੇ ਸਾਰੇ ਜਾਣੇ, ਟੈਕਸ ਵੀ ਤੇ ਕੱਟਿਆ ਜਾਂਦਾ ਆ। ਝੂਠੇ ਵਾਅਦੇ ਨਾ ਕਰੋ, ਅਸੀਂ ਵੀ ਬਲੀਵ ਕਰੀਏ ਵੀ ਤੁਸੀਂ ਸੱਚ ਕਹਿ ਰਹੇ ਹੋ। ਸਾਨੂੰ ਪਤਾ ਤੇ ਸਾਨੂੰ ਵੀ ਆ ਪੰਜਾਬ ਦੇ ਖਜ਼ਾਨੇ ਖਾਲੀ ਆ। ਤੁਸੀਂ ਆਹ ਸਰਕਾਰ ਆ, ਸਰਕਾਰ ਦੂਜੀ ਸਰਕਾਰ ਦੇ ਉੱਤੇ ਪਾ ਦੂਗੀ, ਵੀ ਦੂਜੀ ਸਰਕਾਰ ਦੂਜੀ ਤੇ ਪਾ ਦੂਗੀ। ਬਈ ਸੱਚ ਕੌਣ ਬੋਲੂਗਾ? ਸੱਚ ਬੋਲਣਾ ਜ਼ਰੂਰੀ ਆ। ਬਸ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਆਪਾਂ ਨੂੰ ਸਾਰਿਆਂ ਨੂੰ ਸੱਚ ਬੋਲ ਕੇ ਮਿਲ ਜੁਲ ਕੇ ਪੰਜਾਬ ਦੇ ਕਰਜ਼ੇ ਨੂੰ ਲਾਉਣਾ ਚਾਹੀਦਾ ਆ। ਇੱਕ ਪੰਜਾਬ ਦੇ ਵਿੱਚ ਇਨਕਲਾਬ ਦੀ ਲਹਿਰ ਲੈ ਕੇ ਆਉਣੀ ਚਾਹੀਦੀ ਆ, ਚੰਗੇ ਕੰਮ ਕਰਨੇ ਚਾਹੀਦੇ ਆ, ਬੱਚਿਆਂ ਨੂੰ ਇੱਥੇ ਰੋਜ਼ਗਾਰ, ਸਾਰਿਆਂ ਨੂੰ, ਟੀਚਰਸ ਨੂੰ ਜਿਹੜੇ ਅੱਜ ਧਰਨੇ 'ਤੇ ਬੈਠੇ ਨੇ ਗਰਾਊਂਡ ਲੈਵਲ। ਤੁਹਾਡੀ ਇੱਛਾ ਕਿ ਪੰਜਾਬ ਇੱਦਾਂ ਸੁਪਨਿਆਂ ਦਾ ਪੰਜਾਬ ਹੋਵੇ, ਪਰ ਉਹਦੇ ਲਈ ਸਾਧਨ ਕੋਈ ਵੀ ਹੋਵੇ, ਪਾਰਟੀ ਕੋਈ ਵੀ ਹੋਵੇ। ਮੈਂ ਉਹ ਤਾਂ ਕਹਿ ਰਹੀ ਹਾਂ ਚੰਗੇ ਲੋਕੀ ਆਉਣੇ ਚਾਹੀਦੇ ਆ। ਮੈਨੂੰ ਵੇਖੋ, ਮੈਂ ਕਹਿੰਦੀ ਕਾਂਗਰਸ ਦਾ ਮੈਨੂੰ ਇਤਿਹਾਸ ਨਹੀਂ ਪਤਾ, ਕਾਂਗਰਸ ਕਦੋਂ ਸ਼ੁਰੂ ਹੋਈ ਹੋਊਗੀ। ਉਹ ਵੀ ਇੱਕ ਚੰਗੀ ਸੋਚ ਨਾਲ ਸ਼ੁਰੂ ਹੋਈ ਹੋਊਗੀ, ਹੈ ਨਾ, ਵੀ ਚੰਗੇ ਕੰਮ ਕਰਨੇ ਆਪਾਂ, ਹੈ ਨਾ। ਆਪ ਸ਼ੁਰੂ ਹੋਏਗੀ, ਉਹ ਚੰਗੇ ਕੰਮ ਵਾਸਤੇ ਸ਼ੁਰੂ ਹੋਈ ਹੋਊਗੀ। CPI ਸ਼ੁਰੂ ਹੋਈ ਹੋਊਗੀ, ਚੰਗੇ ਕੰਮ ਵਾਸਤੇ ਸ਼ੁਰੂ ਹੋਈ ਹੋਊਗੀ। ਅਕਾਲੀ ਦਲ ਸ਼ੁਰੂ ਹੋਈ, ਅਕਾਲ ਤਖਤ, ਉਹ ਵੀ ਚੰਗੇ ਕੰਮ ਵਾਸਤੇ ਸ਼ੁਰੂ ਹੋਈ ਹੋਊਗੀ। ਪਰ ਅੱਗੇ ਆਉਂਦੇ ਬ੍ਰਾਂਚਿਸ ਜਦੋਂ ਬਣਦੀਆਂ ਉਦੋਂ ਲੋਕੀ ਜਿਹੜੇ ਗਲਤ ਲੋਕੀ ਆਪਾਂ ਨੁਮਾਇੰਦੇ ਚੁਣਦੇ ਆ, ਉਹ ਪਾਰਟੀ ਗਲਤ ਨਹੀਂ ਹੁੰਦੀ, ਅਸੀਂ ਗਲਤ ਹੁੰਦੇ ਹਾਂ, ਅਸੀਂ ਗਲਤ ਲੋਕਾਂ ਨੂੰ ਚੂਜ਼ ਕਰਦੇ ਹਾਂ। ਸੋ ਸਾਨੂੰ ਅੰਡਰਸਟੈਂਡ ਕਰਨਾ ਚਾਹੀਦਾ ਆ ਵੀ ਅਸੀਂ ਕਿਹੜੇ ਬੰਦਿਆਂ ਨੂੰ ਰਿਪਲੇਸ ਕਰਕੇ ਕਿਹੜੇ ਬੰਦੇ ਲੈ ਕੇ ਆਉਣੇ ਆ। ਬਸ ਮੈਂ ਇਹ ਕਹਿਣਾ ਚਾਹੁੰਦੀ, ਭਾਵੇਂ ਉਹ ਕੋਈ ਵੀ ਹੋਵੇ। ਕਿਸਾਨੀ ਸੰਘਰਸ਼ ਦੇ ਵਿੱਚ ਡਟੇ ਰਹੋਗੇ ਪਹਿਲਾਂ ਵਾਂਗੂ? ਵੇਖੋ, ਮੈਂ ਜ਼ਿੰਦਗੀ 'ਚ ਹਮੇਸ਼ਾ ਕਿਸਾਨਾਂ ਵਾਸਤੇ ਆਪਣੀ ਆਵਾਜ਼ ਬੁਲੰਦ ਕਰਦੀ ਰਹੂੰਗੀ, ਹਮੇਸ਼ਾ ਬੋਲਦੀ ਰਹੂੰਗੀ, ਹਮੇਸ਼ਾ ਹੱਕ ਵਾਸਤੇ ਚੱਲਦੀ ਰਹੂੰਗੀ। ਮੈਂ ਜੇ ਕਿਸਾਨਾਂ ਕੀ, ਹਰ ਇੱਕ ਵਰਗ ਦੇ ਲੋਕਾਂ ਵਾਸਤੇ, ਮਜ਼ਦੂਰਾਂ ਵਾਸਤੇ ਵੀ, ਮੈਂ ਜਿਹੜੇ ਵੀ ਸੁਸਾਇਟੀ ਦੇ ਵਿੱਚ ਅੱਜ ਕੋਈ ਵੀ ਟੌਪਿਕ ਹੋਵੇ, ਐਜੂਕੇਸ਼ਨ ਹੋਵੇ, ਕੋਈ ਚੀਜ਼ ਹੋਵੇ, ਜਿੱਥੋਂ ਤੱਕ ਮੇਰੀ ਪਹੁੰਚ ਪੈ ਸਕਦੀ ਹੈ ਵੀ ਮੈਂ ਕਿਸੇ ਚੀਜ਼ ਨੂੰ ਸੌਰਟ ਆਊਟ ਕਰ ਸਕਦੀ ਹਾਂ ਜਾਂ ਕੁਛ ਕਰ ਸਕਦੀ ਹਾਂ, ਜਾਂ ਮੈਂ ਕੋਈ ਵੀ ਮੈਨੂੰ ਕਹਿੰਦਾ ਮੈਡਮ ਤੁਸੀਂ ਇਹ ਸੋਸ਼ਲ ਮੀਡੀਆ 'ਤੇ ਪਾ ਦਿਓ, ਮੈਂ ਪਾ ਦੂੰਗੀ। ਮੈਂ ਕਿਤੇ ਵੀ ਜਾ ਸਕਦੀ ਹਾਂ, ਕੁਛ ਵੀ, ਕਿਸੇ ਦੇ ਹੱਕ ਵਾਸਤੇ ਵੀ ਲੜਨ ਲਈ ਰੈਡੀ ਹਾਂ, ਬਿਕੋਜ਼ ਉਹ ਮੈਨੂੰ ਸੈਟਿਸਫਾਈ ਕਰਦਾ ਆ। ਥੈਂਕ ਯੂ। ਧੰਨਵਾਦ ਜੀ ਸਮਾਂ ਦੇਣ ਲਈ। ਇਹ ਸਨ ਸੋਨੀਆ ਮਾਨ, ਜਿਨ੍ਹਾਂ ਨੇ ਵਿਸਥਾਰ ਦੇ ਵਿੱਚ ਆਪਣੇ ਵਿਵਾਦ ਦੇ ਸੰਬੰਧ ਵਿੱਚ ਵੀ ਬੇਬਾਕ ਹੋ ਕੇ ਆਪਣੀ ਟਿੱਪਣੀ ਕੀਤੀ ਹੈ, ਗੱਲ ਰੱਖੀ ਹੈ, ਅਤੇ ਨਾਲ ਦੀ ਨਾਲ ਇਹਨਾਂ ਨੇ ਇਹ ਵੀ ਕਿਹਾ ਕਿ ਸੰਭਾਵਨਾ ਹੈ ਪੰਜਾਬ ਦੇ ਚੰਗੇ ਭਵਿੱਖ ਲਈ ਉਹ ਕੋਈ ਵੀ ਸਾਧਨ ਅਪਣਾ ਸਕਦੇ ਆ। ਇਹਦੇ ਨਾਲ ਕਿਸਾਨ ਮੋਰਚੇ ਦੇ ਵਿੱਚ ਡਟੇ ਰਹਿਣ ਦੇ ਸੰਕੇਤ ਵੀ ਉਹਨਾਂ ਨੇ ਦਿੱਤੇ ਆ, ਅਤੇ ਨਾਲ ਦੀ ਨਾਲ ਜਿਹੜਾ ਵਿਰੋਧ ਹੋ ਰਿਹਾ ਉਹਨਾਂ 'ਤੇ ਜਿਹੜੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਉਹਦਾ ਵੀ ਵਿਰੋਧ ਸੋਨੀਆ ਮਾਨ ਵੱਲੋਂ ਕੀਤਾ ਗਿਆ ਹੈ। ਅਤੇ ਪੋਲੀਟੀਕਲ ਸਮੀਕਰਨ ਕੀ ਸਾਹਮਣੇ ਆਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ, ਹਾਲੇ ਕੋਈ ਵੀ ਕਮੈਂਟ ਕਰਨਾ ਜਲਦਬਾਜ਼ੀ ਹੋਏਗੀ।
ਉਹ ਆਉਣ ਵਾਲੇ ਸਮਾਂ ਦੱਸੇਗਾ ਅਤੇ ਆਪਾਂ ਫਿਰ ਤੁਹਾਡੇ ਰੂਬਰੂ ਹੋਵਾਂਗੇ। ਮੈਂ ਕਰਮ ਸੇਖਾ, ਕੈਮਰਾਮੈਨ ਸੁਰਿੰਦਰ।